हेलो एंड वेलकम सत श्री अकाल जी। मैं हरजोत कौर ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਜੀ ਹਾਂ, ਸੋ ਹਰ ਵਾਰੀ ਸ਼ੋ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਸਹੀ ਤੇ ਸਟੀਕ ਤੇ ਜੈਨੂਇਨ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਤੁਸੀਂ ਸਹੀ ਰਸਤੇ ਤੇ ਚੱਲਦੇ ਹੋਏ ਹੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਸਾਕਾਰ ਕਰ ਸਕੋ। ਅੱਜ ਆਪਾਂ ਖਾਸ ਤੌਰ ਤੇ यूके बारे चर्चा करनी है क्योंकि यूके ਨੂੰ ਲੈ ਕੇ बहुत सारे सवाल ਸਾਡੇ ਕੋਲ ਨੇ ਜਿਹੜੇ ਸਟੂਡੈਂਟਸ ਨੂੰ ਅਪਲਾਈ ਕਰਨਾ ਚਾਹੁੰਦੇ ਨੇ। ਕਦੋਂ ਅਪਲਾਈ ਕਰਨ, ਕਿਵੇਂ ਅਪਲਾਈ ਕਰਨ, ਕਿਹੜਾ ਸਹੀ ਰਸਤਾ ਹੈ, ਸਹੀ ਫੰਡਸ ਕਿਵੇਂ ਸ਼ੋ ਕਰਨੇ। ਸੋ ਸਾਰੇ ਸਵਾਲ ਅੱਜ ਇਸ ਸ਼ੋਅ ਦੇ ਵਿੱਚ ਆਪਾਂ ਸ਼ਾਮਿਲ ਕਰਨੇ ਨੇ। ਸੋ ਇਹ ਪੂਰਾ ਸ਼ੋਅ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੇ ਵਿੱਚ ਅਸੀਂ ਬੜੇ ਮਾਹਿਰ ਕੰਸਲਟੈਂਟਸ, ਬੜੇ ਹੀ ਜੈਨੂਇਨ ਕੰਸਲਟੈਂਟਸ ਨੂੰ ਇਨਵਾਈਟ ਕਰਦੇ ਹਾਂ, ਸੱਦਾ ਦਿੰਦੇ ਹਾਂ ਤਾਂ ਕਿ ਤੁਹਾਡੇ ਸਵਾਲਾਂ ਦਾ ਸਹੀ ਜਵਾਬ ਤੁਹਾਨੂੰ ਮਿਲ ਸਕੇ। ਸੋ ਅੱਜ ਵੀ ਅਸੀਂ ਆਪਣੇ ਸਟੂਡੀਓ ਵਿੱਚ ਜਿਨ੍ਹਾਂ ਨੂੰ ਇਨਵਾਈਟ ਕੀਤਾ ਹੈ ਤੁਹਾਡੀ ਜੋ ਹੈ ਮੈਂ ਇੰਟਰੋਡਕਸ਼ਨ ਮੁਲਾਕਾਤ ਕਰਵਾਉਣਾ ਚਾਹੂੰਗੀ ਜੀ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਮਲਟੀਨੈਸ਼ਨਲ ਕੰਪਨੀ AECC ਗਲੋਬਲ ਦੇ ਹੈਡ ਆਫ ਡਿਪਾਰਟਮੈਂਟ ਪੰਜਾਬ ਕੰਚਨ ਅਰੋੜਾ ਜੀ। ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਅੰਦਾਜ਼ੀ ਹੈ ਕਿ ਤੁਸੀਂ ਸਾਰੇ ਵੈਸੇ ਜਾਣਦੇ ਹੀ ਹੋ ਕਿ AECC ਜੋ ਗਲੋਬਲ ਕੰਪਨੀ ਹੈ, ਮਲਟੀਨੈਸ਼ਨਲ ਕੰਪਨੀ ਹੈ। ਇਸ ਦੇ ਨਾਲ ਹੀ ਵਰਲਡ ਵਾਈਡ 39 ਆਫਿਸਿਸ ਨੇ ਇਹਨਾਂ ਦੇ। ਇੰਡੀਆ ਦੇ ਵਿੱਚ 17 ਆਫਿਸ ਨੇ ਅਤੇ ਅਗਰ ਅਸੀਂ ਕੰਟਰੀਜ਼ ਦੀ ਗੱਲ ਕਰੀਏ ਤਾਂ 14 ਕੰਟਰੀਜ਼ ਦੇ ਵਿੱਚ ਇਹਨਾਂ ਦੇ ਆਫਿਸ ਹੈ। ਪੰਜਾਬ ਦੀ ਗੱਲ ਕਰ ਲੈਂਦੇ ਹਾਂ ਜੀ, ਜਲੰਧਰ ਲੁਧਿਆਣਾ ਦੇ ਵਿੱਚ ਇਹਨਾਂ ਦੇ ਆਫਿਸ ਹੈ ਤੇ ਚੰਡੀਗੜ੍ਹ ਵਿੱਚ ਵੀ ਇਹਨਾਂ ਦਾ ਆਫਿਸ ਹੈ। ਸੋ ਸਾਰੇ ਸਟੂਡੈਂਟਸ ਨੂੰ ਸਹੀ ਗਾਈਡੈਂਸ ਦਿੰਦੇ ਆ ਰਹੇ ਨੇ ਕਈ ਸਾਲਾਂ ਤੋਂ। ਤੇ ਅੱਜ ਆਪਾਂ ਯੂਕੇ ਬਾਰੇ ਮੈਮ ਗੱਲ ਕਰਨੀ ਹੈ ਕਿਉਂਕਿ ਅਸੀਂ ਸਾਰੇ ਦੇਖਦੇ ਹਾਂ ਕਿ ਨਾਰਮਲੀ ਜਿਵੇਂ ਸਟੂਡੈਂਟਸ ਨੇ ਕੈਨੇਡਾ, ਆਸਟ੍ਰੇਲੀਆ ਵੱਲ ਪ੍ਰੈਫਰੈਂਸ ਰਹਿੰਦੀ ਹੈ, ਪਰ ਅੱਜ ਕੱਲ੍ਹ ਜੋ ਹੈ ਯੂਕੇ ਵੱਲ ਰੁਝਾਨ ਵੱਧਦਾ ਜਾ ਰਿਹਾ ਹੈ। ਇਸ ਬਾਰੇ ਜਾਣਨਾ ਚਾਹੂੰਗੀ ਔਰ ਉਸ ਤੋਂ ਬਾਅਦ ਦਰਸ਼ਕਾਂ ਨੂੰ, ਸਟੂਡੈਂਟਸ ਨੂੰ ਇੱਕ ਖਾਸ ਸੈਮੀਨਾਰ ਬਾਰੇ ਵੀ ਜਾਣਕਾਰੀ ਦੇਣਾ ਜ਼ਰੂਰ ਚਾਹੂੰਗੀ। ਪਰ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹੂੰਗੀ ਕਿ ਕਿਉਂ ਅੱਜ ਕੱਲ੍ਹ ਜ਼ਿਆਦਾ ਯੂਕੇ ਵੱਲ ਵੀ ਰੁਝਾਨ ਵੱਧ ਰਿਹਾ। यूके शुरू तो एक बहुत ही पॉपुलर स्टडी डेस्टिनेशन रहा है क्योंकि अगर तुसी सुनिया होए वर्ल्ड ਦੀਆਂ टॉप यूनिवर्सिटीज़ ऑक्सफोर्ड कैम्ब्रिज ਦਾ ਨਾਮ ਸਭ ਨੇ ਸੁਣਿਆ ਹੋਇਆ। ਬਿਲਕੁਲ। ਉਹ ਸਾਰੀਆਂ ਯੂਨੀਵਰਸਿਟੀਜ਼ ਯੂਕੇ ਦੇ ਵਿੱਚ ਹੀ ਬੇਸਡ ਨੇ। ਕਿਉਂ? ਕਿਉਂਕਿ ਯੂਕੇ ਦਾ ਐਜੂਕੇਸ਼ਨ ਸਿਸਟਮ ਬਹੁਤ ਹੀ ਵੈਲ ਡਿਵੈਲਪਡ ਹੈ। ਯੂਨੀਵਰਸਿਟੀਜ਼ 500 ਤੋਂ ਲੈ ਕੇ 1000 ਸਾਲ ਪੁਰਾਣੀਆਂ ਯੂਨੀਵਰਸਿਟੀਜ਼ ਯੂਕੇ ਦੇ ਵਿੱਚ ਨੇ। ਤੁਸੀਂ ਕੋਰਸ कोई भी कोर्स देख लो, किसी भी कोर्स का नाम देख लो, वो सारी तरह के कोर्सेज यूके ਦੇ ਵਿੱਚ ਅਵੇਲੇਬਲ ਨੇ। ਸੋ ਅਨਦਰ ਮੇਜਰ ਰੀਜ਼ਨ ਇਜ਼ ਕਿ ਯੂਕੇ ਇੰਡੀਆ ਦੀ ਤਰ੍ਹਾਂ ਇੱਕ ਕਾਮਨਵੈਲਥ ਕੰਟਰੀ ਦਾ ਪਾਰਟ ਹੈ। ਤਾਂ ਐਜੂਕੇਸ਼ਨ ਸਿਸਟਮ ਇੰਡੀਆ ਦਾ ਯੂਕੇ ਦੇ ਨਾਲ ਬਹੁਤ ਸਿਮਿਲਰ ਹੈ। ਸਟੂਡੈਂਟਸ ਨੂੰ ਐਡਮਿਸ਼ਨ ਮਿਲਣ 'ਚ ਕੋਈ ਮੁਸ਼ਕਿਲ ਨਹੀਂ ਹੁੰਦੀ। 2-4 ਸਾਲ ਪਹਿਲਾਂ ਤੱਕ ਯੂਕੇ ਜ਼ਿਆਦਾ ਪਪੂਲਰ ਨਹੀਂ ਸੀਗਾ। ਜ਼ਿਆਦਾ ਸਟੂਡੈਂਟ ਸਿਰਫ ਆਸਟ੍ਰੇਲੀਆ, ਕੈਨੇਡਾ ਬਾਰੇ ਹੀ ਗੱਲ ਕਰਦੇ ਸੀ। ਬਟ ਜਦੋਂ ਦਾ ਯੂਕੇ ਨੇ GIR ਗ੍ਰੈਜੂਏਟ ਇਮੀਗ੍ਰੇਸ਼ਨ ਰੂਟ ਇੰਟਰੋਡਿਊਸ ਕੀਤਾ ਹੈ ਜੋ ਕਿ ਇੱਕ ਤਰ੍ਹਾਂ ਦਾ ਪੋਸਟ ਸਟੱਡੀ ਵਰਕ ਵੀਜ਼ਾ ਹੈ ਆਫਟਰ ਸਟੱਡੀਜ਼, ਉਸ ਤੋਂ ਬਾਅਦ ਯੂਕੇ ਵੀ ਆਪਣੇ ਪੰਜਾਬ ਦੇ ਸਟੂਡੈਂਟਸ 'ਚ ਬਹੁਤ ਪਪੂਲਰ ਹੋ ਚੁੱਕਾ ਹੈ। ਬਿਲਕੁਲ। ਤੇ ਤੁਹਾਨੂੰ ਦੱਸ ਦਈਏ ਕਿ AECC ਗਲੋਬਲ ਵੱਲੋਂ 8 ਮਈ ਯਾਨੀ ਕਿ ਐਤਵਾਰ ਦੇ ਦਿਨ ਸੈਮੀਨਾਰ ਕਰਵਾਇਆ ਜਾ ਰਿਹਾ। ਖਾਸ ਤੌਰ ਤੇ ਯੂਕੇ ਨੂੰ ਲੈ ਕੇ ਸੈਮੀਨਾਰ ਹੋ ਰਿਹਾ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ। ਇਹਨਾਂ ਦੇ ਚੰਡੀਗੜ੍ਹ ਆਫਿਸ ਦੇ ਵਿੱਚ ਸੈਮੀਨਾਰ ਹੋਣ ਜਾ ਰਿਹਾ। ਸੋ ਤੁਸੀਂ ਇੱਥੇ ਜ਼ਰੂਰ ਪਹੁੰਚ ਸਕਦੇ ਹੋ ਕਿਉਂਕਿ ਖਾਸ ਤੌਰ ਤੇ ਮੈਮ ਯੂਕੇ ਦੇ ਉੱਪਰ ਫੋਕਸ ਕੀਤਾ ਜਾ ਰਿਹਾ ਕੀ ਖਾਸ ਹੋ ਰਿਹਾ ਇਸ ਸੈਮੀਨਾਰ ਦੇ ਵਿੱਚ ਰਹਿਣ ਵਾਲਾ, ਤਾਂ ਕਿ ਜਿੰਨੇ ਵੀ ਦਰਸ਼ਕ ਸਾਡੇ ਇਹ ਸ਼ੋਅ ਵੇਖ ਰਹੇ ਨੇ ਉਹ ਇਸ ਬਾਰੇ ਜਾਣ ਸਕਣ ਅਤੇ ਇਸ ਸੈਮੀਨਾਰ ਦਾ ਹਿੱਸਾ ਬਣ ਸਕਣ। ਜੀ ਡੈਫੀਨੇਟਲੀ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ AECC ਗਲੋਬਲ, ਮੈਂ ਬੜੀ ਪ੍ਰਾਊਡਲੀ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਇੱਕ ਐਥੀਕਲ ਸਰਵਿਸਿਜ਼ ਤੇ ਕੰਮ ਕਰਨ ਵਾਲੇ ਲੋਕ ਹਾਂ। ਸਾਡੀਆਂ ਸਾਰੀਆਂ ਸਰਵਿਸਿਜ਼ ਟਰਾਂਸਪੇਰੈਂਟ ਹੈ ਤੇ ਅਸੀਂ ਟਾਈਮ ਤੇ ਬਹੁਤ ਸਾਰੀ ਯੂਨੀਵਰਸਿਟੀਜ਼ ਨੂੰ ਆਪਣੇ ਆਫਿਸ ਦੇ ਵਿੱਚ ਜਾਂ ਬਾਹਰ ਇਨਵਾਈਟ ਕਰਦੇ ਹਾਂ ਤਾਂ ਕਿ ਸਟੂਡੈਂਟਸ ਦੇ ਨਾਲ ਉਹਨਾਂ ਦਾ ਇੱਕ ਡਾਇਰੈਕਟ ਇੰਟਰੈਕਸ਼ਨ ਹੋ ਸਕੇ। ਸੋ ਇਹ ਵਾਲਾ ਇਵੈਂਟ ਵੀ ਇਸੀ ਤੇ ਬੇਸਡ ਹੈ ਕਿ ਅਸੀਂ ਯੂਕੇ ਤੋਂ 15 ਦੇ ਆਸ-ਪਾਸ ਯੂਨੀਵਰਸਿਟੀ ਸਾਡੇ ਆਫਿਸ ਆ ਰਹੀਆਂ ਸੰਡੇ ਨੂੰ 12 ਤੋਂ 4 ਵਜੇ। ਸਟੂਡੈਂਟਸ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ ਆਪਣੇ ਡਾਕੂਮੈਂਟਸ ਲੈ ਕੇ ਆਉਣ, ਆਪਣਾ ਪ੍ਰੋਫਾਈਲ ਅਸੈਸ ਕਰਾਉਣ ਸਾਡੇ ਕਾਉਂਸਲਰਸ ਤੋਂ, ਤੇ ਨਾਲ ਹੀ ਯੂਨੀਵਰਸਿਟੀਜ਼ ਨੂੰ ਮਿਲ ਕੇ ਔਨ ਦਾ ਸਪੌਟ ਅਪਲਾਈ ਕਰ ਸਕਦੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕੋਈ ਚਾਰਜਿਸ ਨਹੀਂ ਹੈ, ਨਾ ਅਪਲਾਈ ਕਰਨ ਤੋਂ ਪਹਿਲਾਂ, ਨਾ ਵੀਜ਼ਾ ਆਉਣ ਤੋਂ ਬਾਅਦ ਜਾਂ ਪਹਿਲਾਂ ਕਿਸੇ ਵੀ ਤਰੀਕੇ ਦੇ ਕੋਈ ਵੀ ਚਾਰਜ ਨਹੀਂ ਹੈ। ਤੇ ਸਟੂਡੈਂਟਸ ਕਿਉਂਕਿ ਉਹਨਾਂ ਯੂਨੀਵਰਸਿਟੀਜ਼ ਨੂੰ ਅਪਲਾਈ ਕਰਨਗੇ ਜਿਨ੍ਹਾਂ ਦੇ ਨਾਲ ਸਾਡਾ ਡਾਇਰੈਕਟ ਕੰਟੈਕਟ ਹੈ ਤੇ ਸਟੂਡੈਂਟਸ ਨੂੰ ਐਪਲੀਕੇਸ਼ਨ ਫੀਸ ਵੇਵਰ ਵੀ ਮਿਲ ਜਾਂਦਾ ਹੈ। ਸੋ ਨਾਟ ਓਨਲੀ ਦੈਟ, ਅਸੀਂ ਸਟੂਡੈਂਟ ਨੂੰ ਫਾਈਨੈਂਸ਼ੀਅਲਸ ਤੇ ਗਾਈਡ ਕਰਦੇ ਹਾਂ, ਵੀਜ਼ਾ ਦੇ ਲਈ ਸਾਰਾ ਕੁਝ ਗਾਈਡ ਕਰਦੇ ਹਾਂ, ਸਕਾਲਰਸ਼ਿਪਸ ਤੇ ਗਾਈਡੈਂਸ ਦਿੰਦੇ ਹਾਂ ਕਿਉਂਕਿ ਯੂਕੇ ਦੀ ਯੂਨੀਵਰਸਿਟੀਜ਼ ਇਸ ਟਾਈਮ ਬਹੁਤ ਜ਼ਿਆਦਾ ਸਕਾਲਰਸ਼ਿਪਸ ਆਫਰ ਕਰ ਰਹੀਆਂ ਜੋ ਕਿ ਜ਼ਿਆਦਾਤਰ ਸਟੂਡੈਂਟਸ ਨੂੰ ਪਤਾ ਨਹੀਂ ਚੱਲਦੀ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਆਪਣੇ ਪੰਜਾਬ ਦੇ ਵਿੱਚ ਛੋਟੇ ਏਜੰਟਾਂ ਤੋਂ ਅਪਲਾਈ ਕਰਦੇ ਹਨ ਜਿਨ੍ਹਾਂ ਕੋਲੋਂ ਡਾਇਰੈਕਟਲੀ ਯੂਨੀਵਰਸਿਟੀਜ਼ ਹੁੰਦੀਆਂ ਵੀ ਨਹੀਂ ਹੈ। ਸੋ ਸਟੂਡੈਂਟਸ ਨੂੰ ਡਾਇਰੈਕਟ ਬੈਨੀਫਿਟ ਮਿਲਦਾ ਹੀ ਨਹੀਂ ਹੈ ਇਨਫੋਰਮੇਸ਼ਨ ਦਾ ਕਿ ਉਹ ਸਕਾਲਰਸ਼ਿਪ ਬਾਰੇ ਜਾਣਕਾਰੀ ਲੈ ਸਕਣ। ਸੋ ਦਿਸ ਇਜ਼ ਅ ਗੋਲਡਨ ਚਾਂਸ ਫॉर द स्टूडेंट्स ਕਿ ਉਸ ਯੂਨੀਵਰਸਿਟੀਜ਼ ਨੂੰ ਆ ਕੇ ਡਾਇਰੈਕਟਲੀ ਮਿਲਣ
ਤੇ ਔਨ ਦਾ ਸਪੌਟ ਅਪਲਾਈ ਕਰਨ। ਜੀ ਬਿਲਕੁਲ, ਸੋ ਵਾਕਈ ਜਿਹੜੇ ਸਟੂਡੈਂਟਸ ਸੋਚ ਰਹੇ ਨੇ ਹਾਲੇ ਤੱਕ ਸਿਰਫ ਕਿ ਆਪਾਂ ਯੂਕੇ ਲਈ ਅਪਲਾਈ ਕਰਨਾ ਹੈ, ਸੋ ਇਹ ਬਹੁਤ ਹੀ ਗੋਲਡਨ ਚਾਂਸ ਰਹਿਣ ਵਾਲਾ ਤੁਹਾਡੇ ਲਈ ਜੋ ਯੂਕੇ ਦੇ ਸੈਮੀਨਾਰ ਕਰਵਾਇਆ ਜਾ ਰਿਹਾ AECC ਗਲੋਬਲ ਕੰਪਨੀ ਵੱਲੋਂ 8 ਮਈ ਐਤਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਸੈਮੀਨਾਰ ਜੋ ਹੈ ਚੱਲੇਗਾ ਚੰਡੀਗੜ੍ਹ ਆਫਿਸ ਦੇ ਵਿੱਚ। ਸੋ ਤੁਸੀਂ ਟਾਈਮਲੀ ਇੱਥੇ ਪਹੁੰਚੋ, ਹੋ ਸਕੇ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਨਾਲ ਜ਼ਰੂਰ ਲੈ ਕੇ ਆਓ ਤਾਂ ਕਿ ਮੌਕੇ ਤੇ ਹੀ ਸਹੀ ਡਿਸੀਜਨ ਲੈਂਦੇ ਹੋਇਆ ਤੁਸੀਂ ਟਾਈਮਲੀ ਅਪਲਾਈ ਕਰਕੇ ਆਪਣੀ ਸੀਟ ਲੈ ਸਕੋ। ਮੈਮ ਇੱਥੇ ਗੱਲ ਕਰੀਏ ਤਾਂ ਜਦੋਂ ਆਪਾਂ ਯੂਕੇ ਦੀ ਗੱਲ ਕਰਦੇ ਹਾਂ ਨਾ ਤਾਂ ਸਵਾਲ ਕਿਉਂਕਿ ਕੁਝ ਟਾਈਮ ਪਹਿਲਾਂ ਤੱਕ ਇਹ ਬੜਾ ਪ੍ਰਮੋਟ ਕੀਤਾ ਜਾ ਰਿਹਾ ਸੀ ਕਿ ਯੂਕੇ ਅਪਲਾਈ ਕਰਨਾ ਤੁਸੀਂ ਵਿਦਆਊਟ ਆਇਲਸ ਵੀ ਅਪਲਾਈ ਕਰ ਸਕਦੇ ਹੋ, ਤੇ ਅੱਜ ਦੇ ਸਮੇਂ ਦੀ ਅਗਰ ਸਥਿਤੀ ਜਾਣਨੀ ਚਾਹੀਏ ਕਿ ਅੱਜ ਵੀ ਇਹ ਚੀਜ਼ ਹੈ ਵਿਦਆਊਟ ਆਇਲਸ ਅਪਲਾਈ ਕੀਤਾ ਜਾ ਸਕਦਾ ਹੈ? ਮੈਂ ਕਹਾਂਗੀ ਕਿ ਸਾਰੀਆਂ ਯੂਨੀਵਰਸਿਟੀਜ਼ ਵਿਦਆਊਟ ਆਇਲਸ ਨਹੀਂ ਲੈ ਰਹੀਆਂ, ਬਟ ਫਿਰ ਵੀ ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਫੋਰ ਐਗਜ਼ਾਮਪਲ ਕੁਝ ਯੂਨੀਵਰਸਿਟੀਜ਼ ਤੁਹਾਨੂੰ ਲੈਟਰ ਆਫ ਇੰਸਟਰਕਸ਼ਨ ਕਿ ਤੁਸੀਂ ਆਪਣੀ ਪਿੱਛੇ ਦੀ ਪੜ੍ਹਾਈ ਇੰਗਲਿਸ਼ ਕੀਤੀ ਹੋਈ ਹੈ, ਉਹਦੇ ਬੇਸਿਸ ਤੇ ਤੁਹਾਨੂੰ ਇੰਗਲਿਸ਼ ਵੇਵਰ ਦੇ ਦਿੰਦੀਆਂ ਕਿ ਤੁਹਾਨੂੰ ਆਇਲਸ ਨਹੀਂ ਦਿਖਾਣਾ ਪੈਂਦਾ ਜਾਂ ਕੋਈ ਵੀ ਇੰਗਲਿਸ਼ ਲੈਂਗੁਏਜ ਟੈਸਟ ਸਬਮਿਟ ਨਹੀਂ ਕਰਨਾ ਪੈਂਦਾ। ਸੈਕੰਡਲੀ, ਅਗਰ ਕਿਸੇ ਸਟੂਡੈਂਟ ਨੇ CBSE ਤੋਂ ਪੜ੍ਹਾਈ ਕੀਤੀ ਹੈ ਆਪਣੀ ਤੇ ਉਹਨਾਂ ਦੀ ਇੰਗਲਿਸ਼ ਦੇ ਵਿੱਚ 70-75% ਮਾਰਕਸ ਹੈਗੇ ਆ, ਉਹਨਾਂ ਨੂੰ ਵੀ ਇੰਗਲਿਸ਼ ਵੇਵਰ ਮਿਲ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਕੁਝ ਯੂਨੀਵਰਸਿਟੀਜ਼ ਕੋਈ ਵੀ ਟੈਸਟ ਦਾ ਰਿਜ਼ਲਟ ਨਹੀਂ ਮੰਗਦੀਆਂ, ਨਾ ਆਇਲਸ ਨਾ ਹੀ PT, ਤੇ ਉਹ ਆਪਣਾ ਇੱਕ ਇੰਟਰਨਲ ਇੰਗਲਿਸ਼ ਟੈਸਟ ਕਰਾ ਲੈਂਦੀਆਂ ਤੇ ਉਹਦੇ ਬੇਸਿਸ ਤੇ ਸਟੂਡੈਂਟ ਨੂੰ ਉਹ ਐਡਮਿਸ਼ਨ ਜਾਂ ਅਨਕੰਡੀਸ਼ਨਲ ਆਫਰ ਲੈਟਰ ਦੇ ਦਿੰਦੀਆਂ। ਸੋ देयर आर ਡਿਫਰੈਂਟ ਯੂਨੀਵਰਸਿਟੀਜ਼, ਡਿਪੈਂਡ ਕਰਦਾ ਸਟੂਡੈਂਟ ਦਾ ਪ੍ਰੋਗਰਾਮ ਕਿਹੜਾ, ਉਹਨੇ ਕਦੋਂ ਪੜ੍ਹਾਈ ਖਤਮ ਕੀਤੀ, ਉਹ ਸਾਰੀ ਜਾਣਕਾਰੀ ਤੁਸੀਂ ਸਾਡੇ ਆਫਿਸ 'ਚ ਆ ਕੇ ਲੈ ਸਕਦੇ ਹੋ, ਇਵੈਂਟ ਅਟੈਂਡ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕਦੀ ਹੈ। ਜੀ ਬਿਲਕੁਲ, ਸੋ ਲਗਾਤਾਰ ਜੋ ਹੈ ਬ੍ਰਾਂਚਿਸ ਦੀ ਡਿਟੇਲ ਵੀ ਸਕਰੋਲ ਦੇ ਵਿੱਚ ਚੱਲ ਰਹੀ ਹੈ, ਤੁਸੀਂ ਇਸ ਉੱਪਰ ਇਹ ਸਾਰੀ ਡਿਟੇਲ ਜੋ ਹੈ ਨੋਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਨੇੜੇ ਲੱਗੇ ਤੁਸੀਂ ਉੱਥੇ ਵੀ ਵਿਜ਼ਿਟ ਜ਼ਰੂਰ ਕਰ ਸਕਦੇ ਹੋ। ਲਗਾਤਾਰ ਨੰਬਰ ਵੀ ਡਿਸਪਲੇ ਹੋ ਰਹੇ, ਇਸ ਉੱਪਰ ਕਾਲ ਕਰਕੇ ਤੁਸੀਂ AECC ਗਲੋਬਲ ਦੀ ਟੀਮ ਦੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਕੋਈ ਵੀ ਸਵਾਲ ਹੋਵੇ, ਕੋਈ ਕੁਐਰੀ ਹੋਵੇ ਤੁਹਾਡੇ ਪ੍ਰੋਫਾਈਲ ਨਾਲ ਰਿਲੇਟਡ, ਚਾਹੇ ਕਿ ਯੂਕੇ ਨਾਲ ਰਿਲੇਟਡ, ਕਿਉਂਕਿ ਅਸੀਂ ਤਾਂ ਅੰਦਾਜ਼ੀਏ ਕਿ AECC ਗਲੋਬਲ ਕੰਪਨੀ ਸਾਰੀ ਕੰਟਰੀਜ਼ ਨਾਲ ਹੀ ਡੀਲ ਕਰਦੇ ਨੇ। ਅਸੀਂ ਖਾਸ ਤੌਰ ਤੇ ਸਿਰਫ ਯੂਕੇ ਬਾਰੇ ਸ਼ੋ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਸਟੂਡੈਂਟ ਕਿਤੇ ਮਿਸਗਾਈਡ ਨਾ ਹੋ ਸਕਣ। ਕਈ ਵਾਰੀ ਕਈ ਕੰਟਰੀਜ਼ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਸਟੂਡੈਂਟਸ ਜੋ ਹੈ ਪੂਰੀ ਤਰ੍ਹਾਂ ਫੋਕਸ ਨਹੀਂ ਕਰ ਪਾਉਂਦੇ ਨੇ, ਸਮਝ ਨਹੀਂ ਪਾਉਂਦੇ ਨੇ, ਇਸ ਲਈ ਅਸੀਂ ਪ੍ਰੋਪਰ ਯੂਕੇ ਦੇ ਉੱਪਰ ਅੱਜ ਗੱਲ ਕਰ ਰਹੇ ਹਾਂ। ਗੱਲ ਐਕਸਪੈਂਸਿਸ ਦੀ ਕਰ ਲਈ ਮੈਮ, ਕਿਉਂਕਿ ਸਟੂਡੈਂਟ ਜਦੋਂ ਅਪਲਾਈ ਕਰਨ ਬਾਰੇ ਮਨ ਬਣਾਉਂਦੇ ਨੇ ਤਾਂ ਪੇਰੈਂਟਸ ਦਾ ਵੀ ਕੰਸਰਨ ਨਾਲ ਜ਼ਰੂਰ ਇਹ ਹੁੰਦਾ ਹੈ ਕਿ ਕਿੰਨਾ ਖਰਚਾ ਆ ਜਾਏਗਾ ਤਾਂ ਕਿ ਉਹ ਫਾਈਨੈਂਸ਼ੀਅਲੀ ਰੈਡੀ ਰਹਿਣ। ਜੇ ਮੈਂ ਯੂਕੇ ਦੀ ਗੱਲ ਕਰਾਂ ਤਾਂ ਆਈ ਥਿੰਕ ਸਭ ਤੋਂ ਆਸਾਨ ਵੀਜ਼ਾ ਜਿਹੜਾ ਹੈਗਾ ਉਹ ਯੂਕੇ ਦਾ ਹੀ ਹੈ। ਰੀਜ਼ਨ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਯੂਕੇ ਦੇ ਵਿੱਚ ਆਪਾਂ ਸਿਰਫ 1 ਮਹੀਨੇ ਪੁਰਾਣੇ ਫੰਡਸ ਦਿਖਾਣੇ ਪੈਂਦੇ ਆ, ਬਾਕੀ ਟੋਟਲ ਕਿੰਨਾ ਖਰਚਾ ਆਉਂਦਾ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਯੂਨੀਵਰਸਿਟੀ 'ਚ ਕਿਹੜਾ ਪ੍ਰੋਗਰਾਮ ਅਪਲਾਈ ਕਰਦੇ ਹੋ। ਅਗਰ ਆਪਾਂ ਐਵਰੇਜ ਕਿਸੇ ਯੂਨੀਵਰਸਿਟੀ ਦੀ ਗੱਲ ਕਰੀਏ ਜੋ ਕਿ ਮਿਡਲ ਲੈਵਲ ਯੂਨੀਵਰਸਿਟੀ ਹੈ, ਉਹਦਾ ਟਿਊਸ਼ਨ ਫੀਸ ਜਿਹੜਾ ਹੈਗਾ ਉਹ 10,000 ਪਾਉਂਡ ਤੋਂ ਲੈ ਕੇ 12-13,000 ਪਾਉਂਡ ਹੋ ਸਕਦਾ ਹੈ, ਜੋ ਕਿ ਸਿੱਧਾ 10 ਲੱਖ ਤੋਂ ਲੈ ਕੇ 13 ਲੱਖ ਰੁਪਏ ਹੋ ਸਕਦਾ ਹੈ। ਬਟ ਅਗਰ ਆਪਾਂ ਕਿਸੇ ਹਾਈ ਰੈਂਕ ਯੂਨੀਵਰਸਿਟੀ ਦੀ ਗੱਲ ਕਰੀਏ ਤੇ ਉਹਨਾਂ ਦਾ ਟਿਊਸ਼ਨ ਫੀਸ 15,000 ਪਾਉਂਡ ਤੋਂ ਲੈ ਕੇ 18,000 ਪਾਉਂਡ ਤੱਕ ਹੋ ਸਕਦਾ ਹੈ। ਬਟ ਇਹਦੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਸਟੂਡੈਂਟਸ ਸਕਾਲਰਸ਼ਿਪ ਦਾ ਬੈਨੀਫਿਟ ਲੈ ਸਕਦੇ ਆ ਤੇ ਸਟੂਡੈਂਟਸ ਨੂੰ ਕਈ ਵਾਰੀ ਯੂਨੀਵਰਸਿਟੀਜ਼ 3 ਤੋਂ 5,000 ਪਾਉਂਡ ਦੀ ਸਿੱਧੀ ਸਕਾਲਰਸ਼ਿਪ ਦਿੰਦੀਆਂ। ਫਿਰ ਇਸ ਤੋਂ ਇਲਾਵਾ ਉਹ ਅਰਲੀ ਬਰਡ ਡਿਸਕਾਊਂਟ ਵੀ ਦਿੰਦੀਆਂ ਕਿ ਸਟੂਡੈਂਟ ਅਗਰ ਕੋਈ ਆਪਣੀ ਫੀਸ ਜਲਦੀ ਡਿਪੋਜ਼ਿਟ ਕਰਾ ਦੇਗਾ ਇੱਕ ਪਾਰਟਿਕੂਲਰ ਡੈਡਲਾਈਨ ਤੱਕ ਤਾਂ ਉਹਨਾਂ ਨੂੰ ਹੋਰ ਐਡੀਸ਼ਨਲ ਡਿਸਕਾਊਂਟ ਮਿਲ ਜਾਂਦਾ ਹੈ। ਠੀਕ ਹੈ। ਸੋ ਅਗਰ ਆਪਾਂ ਓਵਰਆਲ ਗੱਲ ਕਰੀਏ ਤਾਂ ਸਟੂਡੈਂਟ ਨੂੰ ਆਫਰ ਲੈਟਰ ਆਉਣ ਤੋਂ ਬਾਅਦ ਇੱਕ ਮਿਨੀਮਮ ਡਿਪੋਜ਼ਿਟ ਪੇ ਕਰਨਾ ਪੈਂਦਾ ਹੈ। ਕੁਝ ਯੂਨੀਵਰਸਿਟੀ ਸਿਰਫ 2 ਤੋਂ 4 ਲੱਖ ਰੁਪਏ ਲੈ ਕੇ ਸਟੂਡੈਂਟ ਨੂੰ ਕੈਸ਼ ਇਸ਼ੂ ਕਰ ਦਿੰਦੇ ਆ ਤੇ ਬਾਕੀ ਦੇ ਉਹਨਾਂ ਨੂੰ ਫੰਡਸ ਸ਼ੋ ਕਰਨੇ ਪੈਂਦੇ ਆ। ਸੋ ਇਟ ਡਿਪੈਂਡ ਕਰਦਾ ਕਿਹੜੀ ਯੂਨੀਵਰਸਿਟੀ 'ਚ ਅਪਲਾਈ ਕਰ ਸਕਦੇ ਹੋ। ਵੀਜ਼ਾ ਪ੍ਰੋਸੈਸ ਬਹੁਤ ਈਜ਼ੀ ਹੈ, ਸਿਰਫ 28 ਦਿਨ ਪੁਰਾਣੇ ਫੰਡਸ ਦਿਖਾਣੇ ਹੁੰਦੇ ਆ। ਐਜੂਕੇਸ਼ਨ ਲੋਨ ਲੈ ਸਕਦੇ ਹੋ, ਤਾਂ ਪੈਕੇਜ ਬਾਰੇ ਸੋਚਣ ਦੀ ਕੋਈ ਲੋੜ ਨਹੀਂ ਹੈ ਸਟੂਡੈਂਟ ਨੂੰ, ਬਿਕੋਜ਼ ਇਹ ਸਭ ਚੀਜ਼ਾਂ ਮੈਨੇਜ ਕਰਨੀਆਂ ਹਰ ਕਿਸੇ ਲਈ ਬਹੁਤ ਪੋਸੀਬਲ ਹੈ। ਸਟੂਡੈਂਟਸ ਨੂੰ ਇਹ ਹਾਈਪ ਕ੍ਰੀਏਟ ਕੀਤਾ ਜਾਂਦਾ ਹੈ ਕਿ ਬਹੁਤ ਮੁਸ਼ਕਿਲ ਹੈ, ਬਟ ਐਕਚੁਅਲ 'ਚ ਬਹੁਤ ਈਜ਼ੀ ਹੈ ਔਰ ਪੋਸੀਬਲ ਹੈ, ਕਿਉਂਕਿ ਉਹ ਹਾਈਪ ਇਸ ਲਈ ਕ੍ਰੀਏਟ ਕੀਤਾ ਜਾਂਦਾ ਹੈ। ਜਿਹੜੇ ਕੁਝ ਏਜੰਟਸ ਹੁੰਦੇ ਆ ਉਹਨਾਂ ਦਾ ਇੱਕ ਆਪਣੇ ਬੈਨੀਫਿਟ ਹੁੰਦੇ ਆ ਕਿ ਉਹ ਸਟੂਡੈਂਟ ਸਪੋਜ਼ ਕਿਸੇ ਯੂਨੀਵਰਸਿਟੀ ਦਾ ਇਨੀਸ਼ੀਅਲ ਫੀਸ ਜਾਂ ਇੱਕ ਸਮੈਸਟਰ ਦਾ ਫੀਸ 5 ਜਾਂ 6 ਲੱਖ ਰੁਪਏ ਹੈ, ਬਟ ਉਹ ਸਟੂਡੈਂਟ ਨਾਲ ਪੈਕੇਜ ਫਿਕਸ ਕਰਦੇ ਆ 12 ਤੋਂ 15 ਲੱਖ ਰੁਪਏ। ਸੋ they are paying only one semester fees which maybe is only 6 lakh rupees, 6 ਲੱਖ ਰੁਪਏ ਦੇ ਆਸ-ਪਾਸ ਪੇ ਕਰਕੇ ਬਾਕੀ ਸਾਰਾ ਕੁਝ ਏਜੰਟ ਆਪਣੇ ਕੋਲ ਰੱਖ ਰਿਹਾ ਹੈ। ਸੋ I don't suggest this।
ਵੇਜ਼ ਪੋਸੀਬਲ ਹੈਗੇ ਆ, ਰਸਤੇ ਪੋਸੀਬਲ ਹੈਗੇ ਆ, ਜੇ ਤੁਸੀਂ ਸਹੀ ਜਾਣਕਾਰੀ ਲਓਗੇ ਬਿਲਕੁਲ। ਤਾਂ ਤੁਸੀਂ ਬੜੀ ਈਜ਼ੀਲੀ ਬਿਨਾ ਕੋਈ ਐਕਸਟਰਾ ਪੈਸਾ ਸਪੈਂਡ ਕਰੇ ਯੂਕੇ ਦੇ ਲਈ ਵੀਜ਼ਾ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਆਪਾਂ ਜਦੋਂ ਹੁਣ ਦੂਸਰੀ ਕੰਟਰੀਜ਼ ਦੀ ਗੱਲ ਕਰੀਏ, ਕੈਨੇਡਾ, ਆਸਟ੍ਰੇਲੀਆ, ਉਹਨਾਂ ਦਾ ਅੱਜਕੱਲ ਅਸੀਂ ਦੇਖ ਰਹੇ ਹਾਂ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਚੱਲ ਰਿਹਾ, ਰਿਜ਼ਲਟ ਡਿਲੇ ਵੀ ਚੱਲ ਰਹੇ ਨੇ। ਪਰ ਜੇ ਆਪਾਂ ਜਿੱਥੇ ਯੂਕੇ ਦੀ ਗੱਲ ਕਰ ਰਹੇ ਹਾਂ ਤਾਂ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਆਪਾਂ ਮੰਨ ਕੇ ਚੱਲੀਏ ਜੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਜਾ ਰਿਹਾ ਹੁਣ? ਉਹੀ ਕਿ ਯੂਕੇ ਦਾ ਮੈਂ ਉਹੀ ਕਹਿ ਰਹੀ ਹਾਂ ਕਿ ਸਾਰੀਆਂ ਚੀਜ਼ਾਂ ਬਹੁਤ ਆਸਾਨ ਹੈ। ਤੁਸੀਂ ਅਗਰ ਮੈਂ ਸ਼ੁਰੂ ਤੋਂ ਪ੍ਰੋਸੈਸ ਦੀ ਗੱਲ ਕਰਾਂ, ਫੋਰ ਐਗਜ਼ਾਮਪਲ ਜਦੋਂ ਅਸੀਂ ਸਭ ਤੋਂ ਪਹਿਲਾ ਸਟੈਪ ਹੈ ਅਪਲਾਈ ਕਰਨਾ, ਆਫਰ ਲੈਟਰ ਅਪਲਾਈ ਕਰਨਾ। ਆਫਰ ਲੈਟਰ ਬਹੁਤ ਸਾਰੀਆਂ ਯੂਨੀਵਰਸਿਟੀ ਸਿਰਫ 1 ਹਫ਼ਤੇ 'ਚ ਵੀ ਦੇ ਰਹੀਆਂ, ਬਟ ਮੈਕਸਿਮਮ ਯੂਨੀਵਰਸਿਟੀਜ਼ 3 ਤੋਂ 4 ਹਫ਼ਤੇ ਦਾ ਟਾਈਮ ਲੈ ਰਹੀਆਂ। ਉਸ ਤੋਂ ਬਾਅਦ ਕੁਝ ਯੂਨੀਵਰਸਿਟੀਜ਼ ਤੁਹਾਡਾ ਇੰਟਰਵਿਊ ਲੈਂਦੀਆਂ, ਕੁਝ ਨਹੀਂ ਲੈਂਦੀਆਂ, ਉਹ ਸਾਰਾ ਕੁਝ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਇੰਟਰਵਿਊ ਤੋਂ ਬਾਅਦ ਤੁਸੀਂ ਆਪਣਾ ਮਿਨੀਮਮ ਡਿਪੋਜ਼ਿਟ ਪੇ ਕਰਨਾ ਹੈ, ਆਪਣੇ ਫੰਡਸ ਅਸੈਸ ਕਰਾਣੇ ਹੈ ਤੇ ਵੀਜ਼ਾ ਫਾਈਲ ਲਗਾਣੀ ਹੈ। ਸੋ ਵੀਜ਼ਾ ਫਾਈਲ ਲਗਾਉਣ ਤੋਂ ਬਾਅਦ ਹਾਈ ਕਮਿਸ਼ਨ ਇਜ਼ ਟੇਕਿੰਗ ਆਲਮੋਸਟ 2 ਵੀਕਸ, 2 ਹਫ਼ਤੇ ਦੇ ਵਿੱਚ ਵੀਜ਼ਾ ਆ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ। ਸੋ ਜਿਵੇਂ ਜਿਵੇਂ ਹੁਣ ਬਿਕੋਜ਼ ਅਗਰ ਆਪਾਂ ਗੱਲ ਕਰੀਏ ਨੈਕਸਟ ਇਨਟੇਕ ਯੂਕੇ ਦਾ ਹੈਗਾ ਸੈਪਟੈਂਬਰ ਇਨਟੇਕ, ਤਾਂ ਇਹ ਸਟੂਡੈਂਟ ਲਈ ਬਿਲਕੁਲ ਰਾਈਟ ਟਾਈਮ ਹੈ ਜਿਨ੍ਹਾਂ ਨੇ ਹੁਣ ਤੱਕ ਵੀ ਅਪਲਾਈ ਨਹੀਂ ਕੀਤਾ, ਤਾਂ ਕਿ ਉਹ ਜਲਦੀ ਤੋਂ ਜਲਦੀ ਅਪਲਾਈ ਕਰਨ, ਕਿਉਂਕਿ ਜਿੱਦਾਂ ਜਿੱਦਾਂ ਇਨਟੇਕ ਤੁਹਾਨੂੰ ਪਤਾ ਹੈ ਕਿ ਨੇੜੇ ਆਉਂਦਾ ਹੈ ਤਾਂ ਫਿਰ ਉਹਨਾਂ ਰਸ਼ ਵੱਧਦਾ ਹੈ, ਆਫਰ ਲੈਟਰਸ 'ਚ ਟਾਈਮ ਲੱਗਦਾ ਹੈ। ਸੋ ਬਟ ਅਦਰਵਾਈਜ਼ ਆਫਟਰ ਵੀਜ਼ਾ ਇਟ ਟੇਕਸ ਓਨਲੀ ਅਬਾਊਟ 2 weeks, not more than that। ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਦਰਸ਼ਕ ਜ਼ਰੂਰ ਇਹਨਾਂ ਚੀਜ਼ਾਂ ਨੂੰ ਸਮਝ ਰਹੇ ਨੇ ਤਾਂ ਕਿ ਤੁਸੀਂ ਟਾਈਮਲੀ ਅਪਲਾਈ ਕਰੋ ਸਹੀ ਤਰੀਕੇ ਨਾਲ, ਤਾਂ ਕਿ ਕੋਈ ਹੜਬੜੀ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਮਿਸਟੇਕ ਨਾ ਕਰੋ ਤੇ ਸਹੀ ਤਰੀਕੇ ਨਾਲ ਅਪਲਾਈ ਕਰੋਗੇ ਤਾਂ ਟਾਈਮਲੀ ਤੁਹਾਡਾ ਜਲਦੀ ਹੀ ਸਟੱਡੀ ਵੀਜ਼ਾ ਜ਼ਰੂਰ ਆਏਗਾ। ਇੱਕ ਵਾਰ ਫਿਰ ਤੋਂ ਆਪਾਂ ਸੈਮੀਨਾਰ ਦੀ ਗੱਲ ਕਰ ਲੈਂਦੇ ਹਾਂ ਜੋ 8 ਮਈ ਐਤਵਾਰ ਦਿਨ ਹੋਣ ਜਾ ਰਿਹਾ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ। ਇੱਥੇ ਮੈਮ ਕਿਹੜੀ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵਸ ਪਹੁੰਚ ਰਹੇ ਨੇ ਤਾਂ ਕਿ ਸਟੂਡੈਂਟਸ ਵੀ ਸਮਝ ਸਕਣ, ਤਾਂ ਕਿ ਉਹਨਾਂ ਦੀ ਆਪਣੀ ਚੋਇਸ ਦੀ ਵੀ ਕੋਈ ਯੂਨੀਵਰਸਿਟੀ ਕਾਲਜ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਉੱਥੇ ਪਹੁੰਚ ਰਹੇ ਨੇ। ਦੇਖੋ ਵੈਸੇ ਤਾਂ 10 ਤੋਂ 12 ਯੂਨੀਵਰਸਿਟੀਜ਼ ਆ ਰਹੀਆਂ ਜਿਹੜੀਆਂ ਕਿ ਆਪਣੇ ਪੰਜਾਬ ਦੇ ਸਟੂਡੈਂਟ 'ਚ ਬਹੁਤ ਪਪੂਲਰ ਹੈਗੀਆਂ, ਜਿਵੇਂ ਐਂਜਲੀਆ ਰਸਕਿਨ ਯੂਨੀਵਰਸਿਟੀ ਹੈ, ਕੋਵੈਂਟਰੀ ਯੂਨੀਵਰਸਿਟੀ ਹੈ, ਬੈਡਫੋਰਡਸ਼ਾਇਰ ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ ਹੋਰ ਵੀ ਯੂਨੀਵਰਸਿਟੀਜ਼ ਆ ਰਹੀਆਂ। ਬਟ ਅਗਰ ਕਿਸੇ ਸਟੂਡੈਂਟ ਦੀ ਕੋਈ ਸਪੈਸੀਫਿਕ ਚੋਇਸ ਹੈ ਜੋ ਕਿ ਮੇਬੀ ਫੇਅਰ ਦੇ ਵਿੱਚ ਜਾਂ ਇਵੈਂਟ ਦੇ ਵਿੱਚ ਨਾ ਆਏ, ਤਾਂ ਸਾਡੇ ਐਕਸਪਰਟ ਕਾਉਂਸਲਰਸ ਪੂਰੀ ਤਰ੍ਹਾਂ ਉਹਨਾਂ ਨੂੰ ਗਾਈਡ ਕਰ ਸਕਦੇ ਹਨ ਐਪਲੀਕੇਸ਼ਨ ਪ੍ਰੋਸੈਸ ਦੇ ਲਈ, ਤੇ ਆਪਾਂ ਉਹਨਾਂ ਯੂਨੀਵਰਸਿਟੀਜ਼ 'ਚ ਵੀ ਉਹਨਾਂ ਨੂੰ ਅਪਲਾਈ ਕਰਾ ਸਕਦੇ ਹਾਂ ਜਿਹੜੀਆਂ ਉਸ ਦਿਨ ਇਵੈਂਟ 'ਚ ਨਹੀਂ ਵੀ ਹੋਣਗੀਆਂ। ਸੋ ਇਟ ਇਜ਼ ਮਤਲਬ ਇਟ ਡਸਨਟ ਮੈਟਰ ਮਚ, ਜਿਹੜੀਆਂ ਯੂਨੀਵਰਸਿਟੀਜ਼ ਆਉਣਗੀਆਂ ਉਹਨਾਂ ਦੇ ਵਿੱਚ ਤੁਸੀਂ ਮਿਲ ਸਕਦੇ ਹੋ, ਪਰ ਜੇ ਉਹ ਤੁਹਾਡੀ ਚੋਇਸ ਲਿਸਟ 'ਚ ਨਹੀਂ ਹੈਗੀਆਂ ਤਾਂ ਆਪਾਂ ਤੁਹਾਨੂੰ ਬਾਕੀ ਦੀ ਯੂਨੀਵਰਸਿਟੀਜ਼ ਲਈ ਵੀ ਗਾਈਡ ਕਰ ਸਕਦੇ ਹਾਂ। ਜੀ ਬਿਲਕੁਲ। ਤੇ ਜਦੋਂ ਇਹ ਸੈਮੀਨਾਰ ਆਰਗੇਨਾਈਜ਼ ਕੀਤਾ ਜਾਂਦਾ, ਸਟੂਡੈਂਟਸ ਇੱਥੇ ਪਹੁੰਚਦੇ ਨੇ, ਤਾਂ ਕਿੰਨਾ ਕੁ ਫਰਕ ਰਹਿੰਦਾ ਕਿ ਨਾਰਮਲ ਡੇਜ਼ ਵਿੱਚ ਆਉਣਾ ਜਾਂ ਫਿਰ ਇੱਕ ਸੈਮੀਨਾਰ ਦਾ ਹਿੱਸਾ ਬਣਨਾ ਹੈ? ਕੀ ਐਕਸਟਰਾ ਉਹਨਾਂ ਨੂੰ ਸਰਵਿਸਿਜ਼ ਮਿਲ ਪਾਉਂਦੀਆਂ ਨੇ? ਬਹੁਤ ਹੀ ਅੱਛਾ ਕੁਐਸਚਨ ਪੁੱਛਿਆ ਤੁਸੀਂ। ਦੇਖੋ ਜਨਰਲੀ ਕੀ ਹੁੰਦਾ ਹੈ ਕਿ ਜਦੋਂ ਇੱਕ ਸਟੂਡੈਂਟ ਅਪਲਾਈ ਕਰਨ ਦੀ ਸੋਚਦਾ ਹੈ, ਉਹ ਕਿਵੇਂ ਇਨਫੋਰਮੇਸ਼ਨ ਸਰਚ ਕਰਦਾ ਹੈ, ਉਹ ਸ਼ਾਇਦ ਆਪਣੇ ਫਰੈਂਡਸ ਨੂੰ ਪੁੱਛਦਾ ਹੈ ਕਿ ਤੁਸੀਂ ਕਿੱਥੋਂ ਅਪਲਾਈ ਕੀਤਾ, ਫਿਰ ਉਹ ਉਹਨਾਂ ਏਜੰਸੀਜ਼ ਕੋਲ ਹੀ ਜਾਂਦਾ ਹੈ, ਕਾਉਂਸਲਰਸ ਨੂੰ ਮਿਲਦਾ ਹੈ ਜਾਂ ਇੰਟਰਨੈਟ ਤੋਂ ਰਿਸਰਚ ਕਰਦਾ ਹੈ। ਬਟ ਜਦੋਂ ਤੁਸੀਂ ਕਿਸੇ ਇੱਦਾਂ ਦੇ ਐਜੂਕੇਸ਼ਨ ਫੇਅਰ ਜਾਂ ਇਵੈਂਟ ਚਾਹੁੰਦੇ ਹੋ, ਉਹਦਾ ਬੈਸਟ ਬੈਨੀਫਿਟ ਇਹ ਹੈ ਕਿ ਤੁਸੀਂ ਉਹਨਾਂ ਯੂਨੀਵਰਸਿਟੀਜ਼ ਨੂੰ ਡਾਇਰੈਕਟਲੀ ਮਿਲ ਰਹੇ ਹੋ। ਤੁਹਾਨੂੰ ਉਹ ਡਿਟੇਲ 'ਚ ਇਨਫੋਰਮੇਸ਼ਨ ਦਿੰਦੀਆਂ ਕਿ ਸਾਡਾ ਜਿਹੜਾ ਕਰਿਕੂਲਮ ਹੈ ਉਹ ਕਿੱਦਾਂ ਦਾ ਹੈ, ਯੂਨੀਵਰਸਿਟੀ ਤੁਹਾਨੂੰ ਸਟੱਡੀ ਤੋਂ ਇਲਾਵਾ ਹੋਰ ਕੀ ਸਪੋਰਟ ਸਿਸਟਮ ਆਫਰ ਕਰ ਰਹੀ ਹੈ। ਫੋਰ ਐਗਜ਼ਾਮਪਲ ਲਾਇਬ੍ਰੇਰੀ ਫੈਸਿਲਿਟੀਜ਼ ਕਿਵੇਂ ਹੈ, ਲੈਬਸ ਕਿਵੇਂ ਹੈ, ਜਾਂ ਫਿਰ ਸਕਾਲਰਸ਼ਿਪ ਦੇ ਲਈ ਉਹ ਤੁਹਾਨੂੰ ਕਿਵੇਂ ਗਾਈਡ ਕਰ ਸਕਦੇ ਆ, ਪਾਰਟ ਟਾਈਮ ਜੌਬਸ ਦੇ ਲਈ ਯੂਨੀਵਰਸਿਟੀਜ਼ ਕਿਵੇਂ ਗਾਈਡ ਕਰ ਸਕਦੀਆਂ, ਉਹਨਾਂ ਦੇ ਕਰੀਅਰ ਆਫਿਸ ਸਟੂਡੈਂਟ ਨੂੰ ਪਾਰਟ ਟਾਈਮ ਜਾਂ ਉਸ ਤੋਂ ਬਾਅਦ ਫੁੱਲ ਟਾਈਮ ਜੌਬ ਦਿਲਾਉਣ ਲਈ ਕਿਵੇਂ ਹੈਲਪ ਕਰਦੇ ਆ। ਸੋ ਇਹ ਸਾਰੀ ਇਨਫੋਰਮੇਸ਼ਨ ਇੱਕ ਯੂਨੀਵਰਸਿਟੀ ਤੋਂ ਤੁਸੀਂ ਡਾਇਰੈਕਟਲੀ ਲੈਂਦੇ ਹੋ। ਸੋ ਆਈ ਥਿੰਕ ਦੈਟਸ ਦ ਬੈਸਟ ਪਾਰਟ ਆਫ ਇਟ। ਬਿਲਕੁਲ ਸਹੀ ਗੱਲ ਕਹੀ ਤੁਸੀਂ, ਕਿਉਂਕਿ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ ਤੁਹਾਨੂੰ ਕਈ ਵਾਰੀ ਇਹ ਲੱਗਦਾ ਹੈ ਕਿ ਸ਼ਾਇਦ ਕਾਸ਼ ਅਸੀਂ ਸਿੱਧਾ ਡਾਇਰੈਕਟ ਹੀ ਗੱਲ ਕਰ ਪਾਉਂਦੇ ਯੂਨੀਵਰਸਿਟੀ ਜਾਂ ਕਾਲਜ ਦੇ ਨਾਲ, ਤਾਂ ਸ਼ਾਇਦ ਸਾਨੂੰ ਚੀਜ਼ਾਂ ਹੋਰ ਜ਼ਿਆਦਾ ਖੁੱਲ੍ਹ ਕੇ ਪਤਾ ਲੱਗਦੀਆਂ। ਸੋ ਸੈਮੀਨਾਰ ਇਸੇ ਲਈ ਆਰਗੇਨਾਈਜ਼ ਕਰਵਾਏ ਜਾਂਦੇ ਨੇ ਤਾਂ ਕਿ ਤੁਸੀਂ ਟੇਬਲ 'ਤੇ ਬੈਠ ਕੇ ਜੋ ਵੀ ਤੁਹਾਡਾ ਸਵਾਲ ਹੈ, ਜੋ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਕਿਸੇ ਕਾਲਜ ਯੂਨੀਵਰਸਿਟੀ ਬਾਰੇ, ਉੱਥੇ ਟੇਬਲ 'ਤੇ ਹੀ ਜਾਣ ਸਕੋ, ਰਾਈਟ ਟਾਈਮ 'ਤੇ ਡਿਸੀਜ਼ਨ ਲੈ ਸਕੋ। ਕਿਉਂਕਿ ਅਸੀਂ ਹਰ ਵਾਰੀ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਕਿ ਸਿਰਫ ਜੋ ਹੈ ਅਪਲਾਈ ਕਰਨਾ ਹੀ ਮਕਸਦ ਨਹੀਂ ਹੁੰਦਾ, ਸਕਸੈਸਫੁਲੀ ਤੁਹਾਡਾ ਸਟੱਡੀ ਵੀਜ਼ਾ ਤੁਹਾਡੇ ਕੋਲ ਆਵੇ, ਸਹੀ ਮੰਜ਼ਿਲ ਤੁਸੀਂ ਚੂਜ਼ ਕਰੋ, ਉਹ ਮਕਸਦ ਹੁੰਦਾ। ਤੇ ਅੱਗੋਂ ਅਗਰ ਆਪਾਂ ਗੱਲ ਕਰੀਏ ਯੂਕੇ ਲਈ, ਸਪਾਊਸ ਵੀਜ਼ਾ ਬਹੁਤ ਮਸ਼ਹੂਰ, ਬਹੁਤ ਹੀ ਹਾਈਲਾਈਟ ਵਿੱਚ ਰਹਿੰਦਾ, ਜਿੱਥੇ ਬਾਕੀ ਕੰਟਰੀ ਸਟ੍ਰਿਕਟ ਅਸੀਂ ਦੇਖਦੇ ਹਾਂ, ਕੈਨੇਡਾ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਤਾਂ ਇੱਕ ਯੂਕੇ ਨੂੰ ਇਹ ਜਿਹੀ ਆਪਸ਼ਨ ਮੰਨਿਆ ਜਾਂਦਾ ਹੈ ਜਿੱਥੇ ਸਪਾਊਸ ਨਾਲ ਜਾ ਸਕਦਾ। ਤਾਂ ਮੈਂ ਇੱਥੇ ਇਸੇ ਟੌਪਿਕ ਤੇ ਥੋੜਾ ਹੋਰ ਡਿਟੇਲ ਵਿੱਚ ਤੁਹਾਡੇ ਤੋਂ ਜਾਣਨਾ ਚਾਹੂੰਗੀ। ਡੈਫੀਨੇਟਲੀ ਦੇਖੋ ਸਭ ਤੋਂ ਵਧੀਆ ਗੱਲ ਯੂਕੇ ਦੀ ਇਹ ਹੈਗੀ ਹੈ, ਅਨਲਾਈਕ ਅਦਰ ਕੰਟਰੀਜ਼, ਜਿਵੇਂ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਸਪਾਊਸਿਸ ਨੂੰ ਜਾਂ ਤਾਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਪੈਂਦਾ ਹੈ ਜਾਂ ਫਿਰ ਓਪਨ ਵਰਕ ਪਰਮਿਟ ਅਪਲਾਈ ਕਰਨਾ ਪੈਂਦਾ, ਜਿਹਦੇ ਮਿਲਣ ਦੇ ਚਾਂਸਸ ਥੋੜੇ ਘੱਟ ਹੁੰਦੇ ਆ।
ਤਾਂ ਬਹੁਤ ਹੀ ਘੱਟ ਪੋਸਿਬਿਲਿਟੀ ਹੈ ਕਿ ਹਸਬੈਂਡ ਜਾਂ ਵਾਈਫ ਇਕੱਠੇ ਜਾ ਸਕਣ ਐਜ਼ ਅ ਜੀ। ਫੈਮਿਲੀ। ਐਂਡ ਦੈਨ ਕਮਸ ਦ ਨੈਕਸਟ ਪਪੂਲਰ ਕੰਟਰੀ ਵਿਚ ਇਜ਼ ਆਸਟ੍ਰੇਲੀਆ। ਆਸਟ੍ਰੇਲੀਆ ਬਹੁਤ ਹੀ ਸਟ੍ਰਿਕਟ ਹੈ ਸਪਾਊਸ ਕੇਸਿਸ ਦੇ ਲਈ। ਉਹ ਦੇਖਦੇ ਹੈ ਕਿ ਸਪਾਊਸ ਜਿਹੜੀ ਮੈਰਿਜ ਹੈਗੀ ਉਹ 1 ਸਾਲ ਪੁਰਾਣੀ ਹੋਣੀ ਚਾਹੀਦੀ ਹੈ, ਸਪਾਊਸ ਗ੍ਰੈਜੂਏਟ ਹੈ ਜਾਂ ਨਹੀਂ ਹੈ ਜੀ। ਸੋ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਾਂਦੇ ਹੈ। ਬਟ ਅਗਰ ਆਪਾਂ ਯੂਕੇ ਦੀ ਗੱਲ ਕਰੀਏ ਤਾਂ ਇਦਾਂ ਦੀ ਕੋਈ ਵੀ ਰਿਸਟ੍ਰਿਕਸ਼ਨਸ ਨਹੀਂ ਹੈ ਯੂਕੇ 'ਚ। ਰੀਸੈਂਟ ਮੈਰਿਜਸ ਐਕਸੈਪਟਡ ਹੈ। ਸਪਾਊਸ ਦੀ ਕੁਆਲੀਫਿਕੇਸ਼ਨ ਦੇ ਨਾਲ ਹਾਈ ਕਮਿਸ਼ਨ ਨੂੰ ਜਾਂ ਯੂਨੀਵਰਸਿਟੀ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਜੀ। ਬਟ ਓਨਲੀ ਥਿੰਗ ਆਈ ਵਾਂਟ ਟੂ ਐਡ ਔਨ ਇਸ ਕਿ ਮੈਰਿਜਸ ਜੈਨੂਅਨ ਹੋਣੀਆਂ ਚਾਹੀਦੀਆਂ, ਕੰਟਰੈਕਟ ਮੈਰਿਜਸ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਮਿਸਗਾਈਡ ਕੀਤਾ ਜਾਂਦਾ ਹੈ। ਜੀ। ਔਰ ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਟਾਈਮ ਟੂ ਟਾਈਮ ਪੰਜਾਬ ਦੇ ਉੱਤੇ ਇੱਕ ਡਾਊਟ ਆ ਜਾਂਦਾ ਹੈ ਕਿ ਪੰਜਾਬ ਦੇ ਸਟੂਡੈਂਟਸ ਇਦਾਂ ਦੇ ਡਾਕੂਮੈਂਟਸ ਲਗਾਉਂਦੇ ਆ। ਸੋ ਮੇਰਾ ਸਟੂਡੈਂਟਸ ਨੂੰ ਇੱਕੋ ਹੀ ਜੈਨੂਅਨ ਗਾਈਡੈਂਸ ਹੈ ਕਿ ਜਦੋਂ ਚੀਜ਼ਾਂ ਸਿੱਧੇ ਤਰੀਕੇ ਨਾਲ ਹੋ ਸਕਦੀਆਂ ਹੈ ਆਪਾਂ ਗਲਤ ਤਰੀਕੇ ਕਿਉਂ ਅਪਣਾਈਏ। ਬਿਲਕੁਲ। ਸੋ ਦ ਮੈਰਿਜਸ ਸ਼ੁੱਡ ਬੀ ਜੈਨੂਅਨ। ਐਂਡ ਅਗਰ ਤੁਹਾਡੇ ਕੋਲ ਆਪਣਾ ਮੈਰਿਜ ਸਰਟੀਫਿਕੇਟ ਹੈ, ਈਵਨ ਇਫ योर मैरिज इज वेरी रीसेंट, कोई भी इशू नहीं है स्पाउस केसेस। वन मोर थिंग आई वांट टू ऐड ऑन कि बहुत सारे एजेंट जड़े हैगे हैं अगेन स्टूडेंट्स ਨੂੰ ਮਿਸਗਾਈਡ ਕਰਦੇ ਆ। ਸਪਾਊਸ ਕੇਸਿਸ ਦੇ ਲਈ ਐਕਸਟਰਾ ਚਾਰਜ ਕਰਦੇ ਆ। ਕੋਈ ਲੱਖ ਰੁਪਇਆ ਚਾਰਜ ਕਰ ਰਿਹਾ, ਕੋਈ 2 ਲੱਖ ਰੁਪਇਆ ਚਾਰਜ ਕਰ ਰਿਹਾ, ਮਤਲਬ ਮਾਰਕੀਟ ਸਭ ਕੁਝ ਹੋ ਰਿਹਾ ਹੈ। ਬਟ ਅਗੇਨ ਐਟ AECC because spouse is part of students family, so we do not charge anything. We do not charge anything whatever may be the case. student visa file है और spouse ਉਹਦਾ dependent है, so absolutely free of cost we take spouse cases also। ਜੀ ਬਿਲਕੁਲ। ਤੇ ਇੱਥੇ ਇੱਕ ਪੁਆਇੰਟ ਹੈ ਮੈਂ ਹੋਰ ਕਲੀਅਰ ਕਰਨਾ ਚਾਹੂੰਗੀ। ਜਦੋਂ ਆਪਾਂ ਸਟੱਡੀ ਵੀਜ਼ਾ ਸਿੰਗਲ ਦੀ ਐਪਲੀਕੈਂਟ ਦੀ ਗੱਲ ਕਰਦੇ ਹਾਂ ਜਾਂ ਫਿਰ ਜਦੋਂ ਆਪਾਂ ਸਪਾਊਸ ਵੀਜ਼ਾ ਨਾਲ ਗੱਲ ਕਰ ਲੈਂਦੇ ਹਾਂ, ਫੰਡਸ ਸ਼ੋ ਕਰਨ ਵਿੱਚ ਕਿੰਨਾ ਕੁ ਫਰਕ ਆ ਜਾਂਦਾ ਹੈ ਤਾਂ ਕਿ ਹਰ ਇੱਕ ਪਹਿਲੂ ਤੋਂ ਜੋ ਹੈ ਸਾਡੀ ਦਰਸ਼ਕ ਨੇ ਉਹ ਜਾਣ ਸਕਣ ਹਰ ਇੱਕ ਚੀਜ਼ ਨੂੰ। ਜਿੱਥੇ ਤੱਕ ਸਪਾਊਸ ਕੇਸਿਸ ਦੀ ਗੱਲ ਹੈ, ਅਗਰ ਇੱਕ ਸਟੂਡੈਂਟ ਆਪਣੇ ਸਪਾਊਸ ਦੇ ਨਾਲ ਲੰਡਨ ਦੇ ਵਿੱਚ ਜਾ ਰਿਹਾ ਤਾਂ ਉਹਨੂੰ ਐਡੀਸ਼ਨਲ 8 ਲੱਖ ਰੁਪਏ ਸ਼ੋ ਕਰਨੇ ਪੈਂਦੇ ਆ। ਤੇ ਅਗਰ ਉਹ ਆਊਟਸਾਈਡ ਲੰਡਨ ਜਾ ਰਿਹਾ ਤਾਂ ਅਪਰੋਕਸੀਮੇਟਲੀ 7 ਲੱਖ ਰੁਪਏ ਹੋਰ ਸ਼ੋ ਕਰਨੇ ਪੈਂਦੇ ਆ ਟਿਊਸ਼ਨ ਫੀਸ ਜਾਂ ਹੈਲਥ ਇੰਸ਼ੋਰੈਂਸ ਤੋਂ ਇਲਾਵਾ। ਜੀ ਬਿਲकुल। ਸੋ ਇਸੇ ਲਈ ਹਰ ਇੱਕ ਪੁਆਇੰਟ ਜੋ ਤੁਹਾਡੇ ਨਾਲ ਕਲੀਅਰ ਕਰ ਰਹੇ ਹਾਂ ਤਾਂ ਕਿ ਤੁਸੀਂ ਹਰ ਚੀਜ਼ ਨੂੰ ਸਮਝਦੇ ਹੋਏ ਆਪਣੀ ਤਿਆਰੀ ਕਰ ਸਕੋ ਜੇਕਰ ਤੁਸੀਂ ਯੂਕੇ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹੋ। ਗੱਲ ਅੱਗੋਂ ਆਪਾਂ ਰਿਫਿਊਜ਼ਡ ਕੇਸਿਸ ਦੀ ਵੀ ਕਰ ਲਈਏ, ਕਿਉਂਕਿ ਅਸੀਂ ਸਾਡੇ ਕੋਲ ਕਈ ਕੇਸਿਸ ਕਈ ਪ੍ਰੋਫਾਈਲ ਸਟੂਡੈਂਟਸ ਦੀਆਂ ਪਹੁੰਚਦੀਆਂ ਨੇ, ਸਵਾਲ ਆਉਂਦੇ ਨੇ ਕਿ ਜਿਨ੍ਹਾਂ ਦੇ ਕੈਨੇਡਾ ਵਿੱਚ ਵੀ 1 ਵਾਰ ਜਾਂ 2 ਵਾਰ ਰਿਫਿਊਜ਼ਲ ਆ ਗਈ, ਆਸਟ੍ਰੇਲੀਆ ਵਿੱਚ ਵੀ ਅਗਰ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ਲ ਆਈ ਹੈ, ਕੀ ਉਹ ਵੀ ਯੂਕੇ ਲਈ ਅਪਲਾਈ ਕਰ ਸਕਦੇ ਨੇ? ਡੈਫੀਨੇਟਲੀ ਰਿਫਿਊਜ਼ਡ ਕੇਸਿਸ ਯੂਕੇ ਦੇ ਵਿੱਚ ਅਪਲਾਈ ਕਰ ਸਕਦੇ ਆ, ਸਪੈਸ਼ਲੀ ਅਗਰ ਉਹ ਅਪਲਾਈਡ ਹੈਗੇ ਆ ਜਾਂ ਰਿਫਿਊਜ਼ਡ ਹੈਗੇ ਆ ਕੈਨੇਡਾ ਜਾਂ ਆਸਟ੍ਰੇਲੀਆ ਤੋਂ। ਬਟ ਸਿਰਫ ਇੱਕੋ ਹੀ ਚੀਜ਼ ਦੇਖਣੀ ਪੈਂਦੀ ਹੈ ਕਿ ਸਟੂਡੈਂਟ ਨੇ ਕੋਈ ਫਰਾਡੂਲੈਂਟ ਡਾਕੂਮੈਂਟਸ ਨਾ ਲਗਾਏ ਹੋਣ ਜਾਂ ਉਹਦੇ ਰਿਫਿਊਜ਼ਲ ਲੈਟਰ ਦੇ ਵਿੱਚ ਇਦਾਂ ਦਾ ਕੁਝ ਨਹੀਂ ਮੈਂਸ਼ਨ ਹੋਣਾ ਚਾਹੀਦਾ ਸਟੂਡੈਂਟ ਦੇ ਅਗੇਂਸਟ ਕਿ ਉਹਨੇ ਕੋਈ ਲਾਅ ਬ੍ਰੇਕ ਕੀਤਾ ਹੈ ਜਾਂ ਫਿਰ ਉਹਨੇ ਕੋਈ ਫਰਾਡੂਲੈਂਟ ਡਾਕੂਮੈਂਟਸ ਲਗਾਏ ਆ। ਅਦਰਵਾਈਜ਼ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਹੈ ਆਪਣਾ ਰਿਫਿਊਜ਼ਲ ਹਾਈਡ ਕਰਨ ਦੀ ਜਦੋਂ ਤੁਸੀਂ ਯੂਕੇ ਦੇ ਵਿੱਚ ਕੇਸ ਅਪਲਾਈ कर दो। बट अगर कोई स्टूडेंट ऑलरेडी यूके तो रिफ्यूज है तो फिर वो देखना पड़ेगा कि किस बेसिस ते रिफ्यूजल है, वो मैनेज किया जा सकता है या नहीं जा सकता। बट अदरवाइज फ्रॉम अदर कंट्रीज इट इज एब्सोल्युटली पॉसिबल। जी। तो इस दे विच किते ये पॉइंट तो नहीं रहता कि अगर बैकग्राउंड पहला रिफ्यूजल पहला आ चुकी है तो उसके चांसेस घट जाते हैं या फिर जो फ्रैश प्रोफाइल है उसके चांसेस ज़्यादा हो जाते हैं? मैं जिमें क्या कि अगर कोई केस ਆਸਟ੍ਰੇਲੀਆ ਜਾਂ ਕੈਨੇਡਾ ਤੋਂ ਰਿਫਿਊਜ਼ਡ ਹੈ ਔਰ ਉਹਦੇ ਵਿੱਚ ਕੋਈ ਵੀ ਸਪੈਸੀਫਿਕ ਰੀਜ਼ਨ ਨਹੀਂ ਲਿਖਿਆ, ਕਿਉਂਕਿ ਹੁਣ ਕੈਨੇਡਾ ਦਾ ਰਿਫਿਊਜ਼ਲਸ ਦਾ ਸਿਨੈਰੀਓ ਆਪਾਂ ਸਭ ਨੂੰ ਪਤਾ ਹੈ ਕਿ ਕੁਝ ਵੀ ਸਪੈਸੀਫਿਕ ਰੀਜ਼ਨ ਨਹੀਂ ਲਿਖਿਆ ਹੁੰਦਾ। ਅੱਛੇ ਕੇਸਿਸ ਵੀ ਸਿਰਫ ਉਹ ਇੰਟੈਂਸ਼ਨਸ ਤੇ ਡਾਊਟ ਕਰਕੇ ਰਿਫਿਊਜ਼ ਕਰ ਦਿੰਦੇ ਆ। ਐਂਡ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਕਈ ਵਾਰੀ ਉਹ ਸਿਰਫ ਇਹੀ ਲਿਖਦੇ ਆ ਕਿ ਹਾਂ ਤੁਸੀਂ ਜਸਟੀਫਾਈ ਨਹੀਂ ਕਰ ਪਾ ਰਹੇ ਹੋ ਆਪਣੇ ਸਟੂਡੈਂਟ ਵੀਜ਼ਾ ਨੂੰ, ਇਸ ਲਈ ਅਸੀਂ ਤੁਹਾਨੂੰ ਰਿਫਿਊਜ਼ ਕਰ ਰਹੇ ਹਾਂ। ਸੋ ਇਸ ਤਰ੍ਹਾਂ ਦੇ ਕਿਸੇ ਵੀ ਕੇਸ 'ਚ ਕੋਈ ਵੀ ਪ੍ਰੋਬਲਮ ਨਹੀਂ ਹੈ। ਜੀ ਬਿਲਕੁਲ। ਸੋ ਜਿਹੜੇ ਵੀ ਸਟੂਡੈਂਟਸ ਪਹਿਲਾਂ ਕਿਤੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਹੋ ਜਾਂ ਫਿਰ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਹੋ, ਸੋ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਯੂਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਬਹੁਤ ਅੱਛੀ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਨੇ। ਸੋ ਸੈਮੀਨਾਰ ਦਾ ਹਿੱਸਾ ਬਣੋ ਤਾਂ ਕਿ ਤੁਹਾਨੂੰ ਡਿਟੇਲ ਵਿੱਚ ਹੋਰ ਜਾਣਕਾਰੀ ਮਿਲ ਸਕੇ। ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ, 8 ਮਈ ਨੂੰ ਐਤਵਾਰ ਵਾਲੇ ਦਿਨ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ। 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਸੈਮੀਨਾਰ ਚੱਲੇਗਾ। ਚੰਡੀਗੜ੍ਹ ਆਫਿਸ AECC ਗਲੋਬਲ। ਤੁਸੀਂ ਇੱਥੇ ਪਹੁੰਚੋ ਤਾਂ ਕਿ ਡਿਟੇਲ ਵਿੱਚ ਜਾਣਕਾਰੀ ਲੈ ਸਕੋ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਜਿਨ੍ਹਾਂ ਦਾ ਪਹਿਲਾਂ ਰਿਫਿਊਜ਼ਲ ਆ ਚੁੱਕੀ ਹੁੰਦੀ ਆ, ਉਹ ਪਹਿਲਾਂ ਹੀ ਨਾ ਉਮੀਦ ਬਹੁਤ ਹੋ ਚੁੱਕੇ ਹੁੰਦੇ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਹੁੰਦੀ। ਸੋ ਇਸ ਸੈਮੀਨਾਰ ਦਾ ਹਿੱਸਾ ਬਣ ਕੇ ਤੁਸੀਂ ਸਹੀ ਤਰੀਕੇ ਨਾਲ ਜਾਣਕਾਰੀ ਲੈ ਕੇ ਟਾਈਮਲੀ ਜੋ ਹੈ ਯੂਕੇ ਲਈ ਅਪਲਾਈ ਕਰ ਸਕਦੇ ਹੋ। ਪੈਕੇਜ ਸਿਸਟਮ ਨੂੰ ਲੈ ਕੇ ਬਹੁਤ ਸਵਾਲ ਰਹਿੰਦੇ ਨੇ, ਕਿਉਂਕਿ ਅਸੀਂ ਸਾਰੇ ਜਾਣਦੇ
ਚਾਹੁੰਦੇ ਹਾਂ ਕਿ ਅੱਜ ਕੱਲ ਕੋਈ ਵੀ ਕੰਟਰੀ ਹੋਵੇ ਪੈਕੇਜ ਸਿਸਟਮ ਬਾਰੇ ਕਿਹਾ ਜਾਂਦਾ ਤਾਂ ਕਿ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਵੀ ਥੋੜਾ ਈਜ਼ੀ ਲੱਗਦਾ ਹੈ। ਤਾਂ ਅਗਰ ਆਪਾਂ ਯੂਕੇ ਦੀ ਗੱਲ ਕਰੀਏ ਜਾਂ ACC ਗਲੋਬਲ ਕੰਪਨੀ ਦੀ ਗੱਲ ਕਰੀਏ, ਯੂਕੇ ਲਈ ਕੋਈ ਪੈਕੇਜ ਦਿੱਤਾ ਜਾ ਰਿਹਾ ਤਾਂ ਕਿ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟਸ ਨੂੰ ਥੋੜਾ ਸੌਖਾ ਲੱਗੇ ਅਪਲਾਈ ਕਰਨਾ? ਦੇਖੋ ਸੌਖਾ ਉਹ ਦਿਖਾਇਆ ਜਾਂਦਾ ਹੈ, ਸੌਖਾ ਹੁੰਦਾ ਨਹੀਂ ਹੈ। ਉਹ ਦਿਖਾਉਣ ਲਈ these people are charging approximately 6-7 ਲੱਖ ਰੁਪੀਸ ਜੀ। ਤਾਂ ਹੁਣ ਤੁਸੀਂ ਆਪੇ ਸੋਚੋ ਕਿ ਜੋ ਕੰਮ ਤੁਸੀਂ ਇੱਕ ਜੈਨੂਇਨ ਵੇ ਤਰੀਕੇ ਨਾਲ ਕਰ ਸਕਦੇ ਹੋ, ਜਿੱਥੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਗਰ ਕੈਸ਼ ਦੇ ਲਈ ਤੁਹਾਨੂੰ ਮਿਨੀਮਮ ਡਿਪੋਜ਼ਿਟ ਹੀ ਸਪੋਜ਼ 4 ਲੱਖ ਰੁਪਏ ਪੇ ਕਰਨਾ ਹੈ ਜੀ, ਤਾਂ ਤੁਸੀਂ ਕਿਸੇ ਵੀ ਏਜੰਟ ਨੂੰ 4 ਲੱਖ ਪਹਿਲਾਂ ਪੇ ਕੀਤਾ, ਵੀਜ਼ਾ ਆਉਣ ਤੋਂ ਬਾਅਦ ਤੁਸੀਂ ਬਾਕੀ ਦੀ ਆਪਣੀ ਇੱਕ ਸਮੈਸਟਰ ਦੀ ਫੀਸ ਪੇ ਕਰ ਦਿੱਤੀ ਯੂਕੇ ਦੇ ਵਿੱਚ ਪਹੁੰਚ ਕੇ, ਰਾਈਟ? ਤਾਂ ਫਿਰ ਤੁਸੀਂ ਕਿਸੇ ਵੀ ਏਜੰਟ ਨੂੰ 12 ਤੋਂ 14 ਲੱਖ ਰੁਪਏ ਕਿਉਂ ਦਵੋਗੇ ਜਿਹਦੇ ਵਿੱਚ ਆਲਮੋਸਟ ਹਾਫ 7 to 8 ਲੱਖ ਰੁਪੀਸ ਉਹ ਆਪਣੀ ਪਾਕਟ 'ਚ ਰੱਖ ਰਿਹਾ ਹੈ। ਸੋ ਸਿਰਫ ਇਹ ਚੀਜ਼ ਲਈ ਕਿ ਤੁਹਾਨੂੰ ਆਪਣੇ ਘਰੋਂ ਬਾਹਰ ਨਾ ਨਿਕਲਣਾ ਪਏ, ਤੁਹਾਨੂੰ ਰਿਸਰਚ ਨਾ ਕਰਨੀ ਪਏ, ਤੁਹਾਨੂੰ ਕਿਸੇ ਨਾਲ ਮਿਲਣਾ ਨਾ ਪਏ, ਸਿਰਫ ਉਸ ਤਕਲੀਫ ਨੂੰ ਬਚਾਉਣ ਲਈ ਤੁਸੀਂ ਆਪਣੀ ਮਿਹਨਤ ਦਾ 7-8 ਲੱਖ ਰੁਪਏ ਕਿਸੇ ਨੂੰ ਕਿਉਂ ਪੇ ਕਰ ਰਹੇ ਹੋ, ਜਦਕਿ ਉਹ ਜੈਨੂਇਨ ਤਰੀਕੇ ਨਾਲ ਹੋ ਸਕਦਾ ਹੈ। ਜੀ ਜੀ ਜੀ। ਐਂਡ ਆਈ ਕੈਨ ਸੇ ਪ੍ਰਾਊਡਲੀ ਕਿ ਅਗਰ ਸਾਨੂੰ ਲੱਗੇਗਾ ਕਿ ਤੁਹਾਡੇ ਕੇਸ ਦੇ ਵਿੱਚ ਪੋਸਿਬਿਲਿਟੀ ਨਹੀਂ ਹੈ ਤਾਂ ਅਸੀਂ ਤੁਹਾਨੂੰ ਮਿਸਗਾਈਡ ਨਹੀਂ ਕਰਾਂਗੇ। ਵੀ ਆਰ ਗੋਇੰਗ ਟੂ ਟੈਲ ਯੂ ਔਨ ਯੋਰ ਫੇਸ ਕਿ ਹਾਂ ਇੱਥੇ ਇਹ ਕੇਸ ਪ੍ਰੋਸੀਡ ਨਹੀਂ ਹੋ ਸਕਦਾ। ਜੀ ਜੀ। ਐਂਡ ਅਨਦਰ ਥਿੰਗ ਇਜ਼ ਕਿ ਹਰ ਕੰਟਰੀ ਦੀ ਤਰ੍ਹਾਂ ਯੂਕੇ ਦੇ ਵਿੱਚ ਵੀ ਸੇਮ ਰੂਲ ਹੈ ਕਿ ਅਗਰ ਬਾਈ ਚਾਂਸ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਤਾਂ ਤੁਹਾਨੂੰ ਸਾਰੇ ਪੈਸੇ ਰਿਫੰਡ ਹੁੰਦੇ ਆ। ਸੋ ਇਹ ਨਹੀਂ ਹੈ ਕਿ ਅਗਰ ਤੁਸੀਂ ਅੱਜ ਪੈਸੇ ਇਨਵੈਸਟ ਕਰ ਰਹੇ ਹੋ ਤੇ ਉਹ ਤੁਹਾਨੂੰ ਕਦੀ ਵਾਪਸ ਨਹੀਂ ਮਿਲਣੇ ਅਗਰ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ। ਸੋ ਕੋਈ ਲੋੜ ਨਹੀਂ ਹੈ ਕਿ ਤੁਸੀਂ ਆਪਣੀ ਮਿਹਨਤ ਦਾ ਪੈਸਾ ਕਿਸੇ ਨੂੰ ਐਦਾਂ ਹੀ ਦੇ ਦਿਓ 7-8 ਲੱਖ ਰੁਪਏ ਐਕਸਟਰਾ ਜਸਟ ਬਿਕੋਜ਼ ਕਿ ਉਹ ਤੁਹਾਡਾ ਪੇਪਰ ਵਰਕ ਕਰ ਰਿਹਾ ਹੈ। ਬਿਲਕੁਲ, ਜਦ ਕਿ ਤੁਸੀਂ ਉਹ ਈਜ਼ੀਲੀ ਮੈਨੇਜ ਕਰ ਸਕਦੇ ਹੋ। ਬਿਲਕੁਲ, ਬਹੁਤ ਹੀ ਵਧੀਆ ਜੋ ਜਵਾਬ ਸੁਣਨ ਨੂੰ ਮਿਲਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਪੇਰੈਂਟਸ ਖਾਸ ਤੌਰ ਤੇ ਤਸੱਲੀ ਦੇ ਨਾਲ ਜੋ ਹੈ ਯੂਕੇ ਲਈ ਅਪਲਾਈ ਕਰ ਸਕਦੇ ਨੇ AECC ਗਲੋਬਲ ਕੰਪਨੀ ਤੋਂ, ਕਿਉਂਕਿ ਜਿਵੇਂ ਕਿ ਮੈਮ ਨੇ ਕਿਹਾ ਕਿ ਅਗਰ ਨਹੀਂ ਲੱਗਦਾ ਵੀਜ਼ਾ ਤਾਂ ਤੁਹਾਨੂੰ ਰਿਫੰਡ ਹੋ ਜਾਂਦੇ ਆ ਪੈਸੇ। ਸੋ ਇਸ ਲਈ ਪੈਕੇਜ ਸਿਸਟਮ ਵੱਲ ਵੀ ਇਸ ਲਈ ਦੌੜ ਲੱਗਦੀ ਹੈ ਕਿ ਅਸੀਂ ਸਿਕਿਉਰ ਹੋ ਜਾਈਏ। ਸੋ ਜੇ ਤੁਸੀਂ ਪਹਿਲਾਂ ਹੀ ਸਿਕਿਉਰ ਹੋ ਤਾਂ ਫਿਰ ਓਬਵੀਅਸ ਹੈ ਕਿ ਤੁਹਾਨੂੰ ਕੋਈ ਡਰਨ ਦੀ ਗੱਲ ਬਿਲਕੁਲ ਵੀ ਨਹੀਂ ਹੈ। ਤਾਂ ਜਦੋਂ ਯੂਕੇ ਦੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਟਾਈਮ ਦੇ ਵਿੱਚ ਕੁਝ ਸਕਾਲਰਸ਼ਿਪਸ ਬਾਰੇ ਵੀ ਸੁਣਨ ਨੂੰ ਬਹੁਤ ਕੁਝ ਮਿਲਿਆ ਸੀ ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਇਹ ਸਕਾਲਰਸ਼ਿਪਸ ਕੀ ਹੁਣ ਮਿਲ ਰਹੀਆਂ ਨੇ, ਕਿਸ ਤਰ੍ਹਾਂ ਦੀ ਪ੍ਰੋਫਾਈਲ ਜੋ ਹੈ ਇਹਨਾਂ ਸਕਾਲਰਸ਼ਿਪਸ ਦਾ ਫਾਇਦਾ ਲੈ ਸਕਦੀਆਂ? ਡੈਫੀਨੇਟਲੀ ਯੂਕੇ ਇੱਕ ਇੱਦਾਂ ਦਾ ਕੰਟਰੀ ਹੈ ਜਿੱਥੇ ਸਕਾਲਰਸ਼ਿਪਸ ਦੀਆਂ ਬਹੁਤ ਅੱਛੀਆਂ ਆਪਸ਼ਨਸ ਹੈ। ਮੈਕਸਿਮਮ ਯੂਨੀਵਰਸਿਟੀਜ਼ ਜਿਹੜੇ ਹੈਗੇ ਸਟੂਡੈਂਟਸ ਸਿਰਫ ਕੋਈ ਐਦਾਂ ਵੀ ਨਹੀਂ ਹੈ ਕਿਉਂਕਿ ਉਹਨਾਂ ਦੀ ਕੋਈ ਪਾਰਟਿਕੂਲਰ ਪਰਸੈਂਟੇਜ ਹੋਣੀ ਚਾਹੀਦੀ ਹੈ। ਜੇ ਉਹ ਸਿਰਫ ਐਲੀਜੀਬਲ ਵੀ ਹੈਗੇ ਆ ਆਫਰ ਲੈਟਰ ਲਈ ਤਾਂ ਵੀ ਉਹਨਾਂ ਨੂੰ $2,000 ਤੋਂ $5,000 ਪਾਉਂਡਸ ਦੀ ਸਕਾਲਰਸ਼ਿਪ ਮਿਲਦੀ ਹੈ। ਜੀ ਜੀ। ਸੋ ਅਦਰ ਦੈਨ ਦੈਟ ਇਸ ਤੋਂ ਇਲਾਵਾ ਵੀ ਗਵਰਨਮੈਂਟ ਦੀਆਂ ਸਕਾਲਰਸ਼ਿਪਸ ਹੈ, ਜਿਵੇਂ STEM ਵੂਮਨ ਸਕਾਲਰਸ਼ਿਪ ਹੈ। ਜਿਵੇਂ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਗਰਲਸ ਸਟੂਡੈਂਟਸ ਹੈ ਜੇ ਉਹ STEM ਪ੍ਰੋਗਰਾਮ 'ਚ ਜਾਣਗੀਆਂ, ਜਿਵੇਂ ਉਹ IT ਦੇ ਪ੍ਰੋਗਰਾਮ 'ਚ ਜਾ ਰਹੀਆਂ, ਇੰਜੀਨੀਅਰਿੰਗ ਦੇ ਪ੍ਰੋਗਰਾਮ 'ਚ ਜਾ ਰਹੀਆਂ ਜਾਂ ਸਾਇੰਸ ਦੇ ਨਾਲ ਰਿਲੇਟਡ ਕਿਸੇ ਪ੍ਰੋਗਰਾਮ 'ਚ ਜਾ ਰਹੀਆਂ, ਉਹਨਾਂ ਨੂੰ ਐਡੀਸ਼ਨਲ ਸਕਾਲਰਸ਼ਿਪ ਮਿਲਦੀ ਹੈ। ਇਸ ਤੋਂ ਇਲਾਵਾ ਕਾਮਨਵੈਲਥ ਸਕਾਲਰਸ਼ਿਪ ਹੈ, ਸ਼ੇਵਨਿੰਗ ਸਕਾਲਰਸ਼ਿਪ ਹੈ, ਉਹਦੇ ਬਾਰੇ ਵੀ ਅਸੀਂ ਤੁਹਾਨੂੰ ਸਾਰਾ ਕੁਝ ਗਾਈਡ ਕਰਦੇ ਹਾਂ ਤੇ ਇੰਟਰਨੈਟ ਤੇ ਵੀ ਸਾਰੀ ਇਨਫੋਰਮੇਸ਼ਨ ਹੈ। ਬਟ ਉਹ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ। ਮੈਨੂੰ ਪਤਾ ਹੈ ਕਿ ਸਟੂਡੈਂਟਸ ਕਨਫਿਊਜ਼ ਹੋ ਜਾਂਦੇ, ਉਹਨਾਂ ਨੂੰ ਇੱਕ ਮੈਂਟੋਰ ਚਾਹੀਦਾ ਹੁੰਦਾ ਜਿਹੜਾ ਉਹਨਾਂ ਨੂੰ ਦੱਸੇ ਕਿ ਆਪਣੇ ਕੋਲ ਸਹੀ ਤਰੀਕਾ ਕੀ ਹੈ ਸਕਾਲਰਸ਼ਿਪ ਅਪਲਾਈ ਕਰਨ ਦਾ। ਸੋ ਵੀ ਆਰ देयर ਟੂ ਹੈਲਪ ਯੂ। ਬਿਲਕੁਲ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਤੇ ਕਿਉਂਕਿ ਹਰੇਕ ਪ੍ਰੋਫਾਈਲ ਡਿਫਰੈਂਟ ਹੈ ਔਰ ਕਿਹੜੀ ਪ੍ਰੋਫਾਈਲ ਕਿੱਥੇ ਐਲੀਜੀਬਲ ਹੈ ਇੱਕ ਚੰਗਾ ਕੰਸਲਟੈਂਟ ਹੀ ਤੁਹਾਨੂੰ ਗਾਈਡ ਕਰ ਸਕਦਾ ਹੈ। ਸੋ ਮੈਨੂੰ ਲੱਗਦਾ ਕਿ ਜਦੋਂ ਇਸ ਸੈਮੀਨਾਰ ਵਿੱਚ ਸਟੂਡੈਂਟ ਆਪਣੇ ਡਾਕੂਮੈਂਟ ਲੈ ਕੇ ਪਹੁੰਚਣਗੇ ਤਾਂ ਉੱਥੇ ਵੀ ਉਹਨਾਂ ਨੂੰ ਬਹੁਤ ਅੱਛਾ ਇੱਕ ਬੈਨੀਫਿਟ ਮਿਲਣ ਵਾਲਾ, ਉਹਨਾਂ ਨੂੰ ਪਤਾ ਚੱਲੇਗਾ ਕਿ ਕੀ ਉਹ ਸਕਾਲਰਸ਼ਿਪ ਲਈ ਐਲੀਜੀਬਲ ਹੈ ਕਿ ਨਹੀਂ ਹੈ। ਡੈਫੀਨੇਟਲੀ ਉਹ ਇੱਕ ਐਡਿਡ ਐਡਵਾਂਟੇਜ ਹੈ। ਜਿਵੇਂ ਮੈਂ ਕਿਹਾ ਕਿ ਪ੍ਰੋਗਰਾਮ ਦੇ ਨਾਲ ਨਾਲ ਅੱਗੇ ਦੇਖੋ ਸਿਰਫ ਵੀਜ਼ਾ ਲੈਣਾ ਪਰਪਸ ਨਹੀਂ ਹੈ। ਬਿਲਕੁਲ, ਇਟ ਇਜ਼ ਅ ਲਾਈਫ ਚੇਂਜਿੰਗ ਡਿਸੀਜਨ ਕਿ ਜਿਹੜਾ ਤੁਹਾਡੀ ਪੂਰੀ ਜ਼ਿੰਦਗੀ ਬਦਲ ਰਿਹਾ ਹੈ। ਸੋ ਵੀਜ਼ਾ ਲੈ ਕੇ ਯੂਕੇ ਪਹੁੰਚਣਾ ਜਾਂ ਕਿਸੇ ਵੀ ਕੰਟਰੀ ਤੱਕ ਪਹੁੰਚਣਾ ਸਿਰਫ ਉਹ ਸੋਚ ਨਹੀਂ ਹੋਣੀ ਚਾਹੀਦੀ, ਕਿਉਂਕਿ ਉਸ ਤੋਂ ਬਾਅਦ ਤੁਹਾਡੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਤਾਂ ਕਿਹੜਾ ਪ੍ਰੋਗਰਾਮ ਜਾ ਰਹੇ ਹੋ, ਉਹਦੀ ਅੱਗੇ ਕੀ ਵੈਲਿਊ ਹੈ, ਉਹਦੇ 'ਚ ਕਿਵੇਂ ਦੀਆਂ ਜੌਬਸ ਹੈ, ਉਸ ਪ੍ਰੋਗਰਾਮ ਦੇ ਬੇਸਿਸ ਤੇ ਤੁਹਾਡੇ ਲਈ ਯੂਕੇ ਦੇ ਵਿੱਚ ਲੌਂਗ ਟਰਮ ਲਈ ਸਟੇ ਕਰਨਾ ਪੋਸੀਬਲ ਹੈ ਨਹੀਂ ਹੈ। ਇਹ ਸਾਰੇ ਬਹੁਤ ਇੰਪੋਰਟੈਂਟ ਫੈਕਟਰਸ ਹੈ ਜਿਹੜੇ ਤੁਹਾਨੂੰ ਡਾਇਰੈਕਟਲੀ ਯੂਨੀਵਰਸਿਟੀਜ਼ ਤੋਂ ਵੀ ਪਤਾ ਚੱਲਣਗੇ ਤੇ ਸਾਡੇ ਕਾਉਂਸਲਰਸ ਵੀ ਤੁਹਾਨੂੰ ਪੂਰੇ ਗਾਈਡ ਕਰਨਗੇ। ਜੀ ਜੀ ਜੀ, ਮੈਨੂੰ ਪੂਰੀ ਉਮੀਦ ਹੈ ਕਿ ਸਟੂਡੈਂਟਸ
ਸਟੂਡੈਂਟਸ ਨੂੰ ਹੁਣ ਪੂਰੀ ਤਰੀਕੇ ਨਾਲ ਕਲੀਅਰ ਹੋ ਚੁੱਕਿਆ ਹੋਏਗਾ ਹਰ ਇੱਕ ਚੀਜ਼ ਯੂਕੇ ਨੂੰ ਲੈ ਕੇ, ਕਿਉਂਕਿ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਸ ਕੰਟਰੀ ਬਾਰੇ ਵੀ ਗੱਲ ਕਰੀਏ ਉਸਦਾ ਹਰ ਇੱਕ ਪੁਆਇੰਟ ਇਸ ਸ਼ੋਅ ਦੇ ਵਿੱਚ ਡਿਸਕਸ ਕਰੀਏ, ਕਿਉਂਕਿ ਤੁਸੀਂ ਬੜੇ ਭਰੋਸੇ ਦੇ ਨਾਲ ਸਾਡਾ ਸ਼ੋਅ ਵੇਖਦੇ ਹੋ, ਕੰਸਲਟੈਂਟਸ ਦੀ ਜੋ ਸਲਾਹ ਹੁੰਦੀ ਹੈ ਉਸ ਨੂੰ ਮੰਨਦੇ ਹੋ ਤੇ ਆਪਣੇ ਫਿਊਚਰ ਨੂੰ ਲੈ ਕੇ ਬਹੁਤ ਸੁਪਨੇ ਜੋ ਸਜਾਏ ਹੁੰਦੇ ਨੇ ਉਸ ਨੂੰ ਜੈਨੂਇਨ ਵੇ ਦੇ ਨਾਲ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਸੋ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ, ਇਸ ਨੰਬਰ ਦੇ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ। ਇੱਕ ਵਾਰ ਫਿਰ ਤੋਂ ਦੱਸਦਾ, 8 ਮਈ ਨੂੰ ਯੂਕੇ ਦਾ ਸੈਮੀਨਾਰ ਆਰਗੇਨਾਈਜ਼ ਕਰਵਾਇਆ ਜਾ ਰਿਹਾ ਹੈ AECC ਗਲੋਬਲ ਕੰਪਨੀ ਵੱਲੋਂ। ਸੰਡੇ ਹੈ, ਐਤਵਾਰ ਹੈ, ਸਾਰੇ ਤੁਸੀਂ ਫ੍ਰੀ ਹੁੰਦੇ ਹੋ, ਛੁੱਟੀ ਵਾਲਾ ਦਿਨ ਹੈ, ਆਰਾਮ ਨਾਲ ਤੁਸੀਂ ਆ ਸਕਦੇ ਹੋ। 12 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਨੂੰ ਇਹ ਸੈਮੀਨਾਰ ਚੱਲਦਾ ਰਹੇਗਾ ਤੇ ਤੁਸੀਂ ਇੱਥੇ ਪਹੁੰਚ ਕੇ ਕੋਈ ਵੀ ਸਵਾਲ ਤੁਹਾਡਾ ਹੋਵੇ, ਇਹਨਾਂ ਦੇ ਸਾਰੀ ਟੀਮ ਜੋ ਹੈ ਮਾਹਿਰ ਐਕਸਪਰਟਸ ਜੋ ਹੈ ਉੱਥੇ ਮੌਜੂਦ ਹੋਣਗੇ। ਯੂਕੇ ਦੇ ਕਈ ਕਾਲਜਸ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵ ਉੱਥੇ ਹੋਣਗੇ, ਸੋ ਤੁਸੀਂ ਟੇਬਲ ਤੇ ਬੈਠ ਕੇ ਫੇਸ ਟੂ ਫੇਸ ਹਰ ਜਾਣਕਾਰੀ ਉੱਥੇ ਲੈ ਸਕੋਗੇ। ਇੱਥੇ ਇੱਕ ਚੀਜ਼ ਹੋਰ ਆਪਾਂ ਜਾਣ ਲਈਏ ਕਿ ਹੁਣ ਕਿਹੜੇ ਸਟੂਡੈਂਟ ਜਿਹੜੇ ਅਪਲਾਈ ਕਰਨਾ ਚਾਹ ਰਹੇ ਨੇ, ਕੀ ਐਲੀਜੀਬਿਲਿਟੀ ਹੈ ਯੂਕੇ ਦੇ ਲਈ, ਤਾਂ ਕਿ ਸਟੂਡੈਂਟਸ ਆਪਣੇ ਆਪ ਨੂੰ ਵੀ ਅਸੈਸ ਕਰ ਸਕਣ ਕਿ ਉਹ ਅਪਲਾਈ ਕਰਨ ਜਾਂ ਨਾ ਕਰਨ। ਦੇਖੋ, ਅਗਰ ਕੋਈ ਸਟੂਡੈਂਟ ਆਪਣੀ ਕਲਾਸ 12th ਤੋਂ ਬਾਅਦ ਅਪਲਾਈ ਕਰ ਰਿਹਾ ਤਾਂ ਜ਼ਿਆਦਾਤਰ ਯੂਨੀਵਰਸਿਟੀਜ਼ ਦਾ ਪਰਸੈਂਟੇਜ ਰਿਕੁਆਇਰਮੈਂਟ 60 to 65% ਹੈਗਾ, ਬਟ ਕੁਝ ਯੂਨੀਵਰਸਿਟੀ ਸਟੇਟ ਬੋਰਡ ਦੇ ਲਈ, ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚੇ ਹੈਗੇ ਆ, ਉਹਨਾਂ ਦੇ ਲਈ ਉਹ ਜ਼ਿਆਦਾ ਪਰਸੈਂਟੇਜ ਕਈ ਵਾਰੀ ਮੰਗਦੀਆਂ। ਜੀ ਜੀ। ਸੋ ਸਿਮਿਲਰਲੀ ਜਿਹੜੇ ਸਟੂਡੈਂਟਸ ਗ੍ਰੈਜੂਏਸ਼ਨ ਤੋਂ ਬਾਅਦ ਜਾ ਰਹੇ ਆ ਉਹ 50-55% ਵਾਲੇ ਸਟੂਡੈਂਟਸ ਵੀ ਅਪਲਾਈ ਕਰ ਸਕਦੇ ਆ। ਈਵਨ ਅਗਰ ਕਿਸੇ ਨੇ ਆਪਣੀ 12th ਕਰਨ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕੁਝ ਕੰਮ ਕੀਤਾ ਹੈ, ਕੋਈ ਗੈਪ ਹੈਗਾ, ਸੋ ਉਹਦੇ 'ਚ ਵੀ ਜ਼ਿਆਦਾ ਇਸ਼ੂ ਨਹੀਂ ਹੈ ਯੂਕੇ ਦੇ ਵਿੱਚ, ਉਹ ਵਾਲੇ ਸਾਰੇ ਸਟੂਡੈਂਟਸ ਵੀ ਯੂਕੇ ਅਪਲਾਈ ਕਰ ਸਕਦੇ ਹਨ। ਜੀ ਜੀ। ਸੋ ਪ੍ਰੋਸੈਸ, ਐਪਲੀਕੇਸ਼ਨ ਪ੍ਰੋਸੈਸ, ਵੀਜ਼ਾ ਪ੍ਰੋਸੈਸ ਮੈਨੂੰ ਤਾਂ ਲੱਗਦਾ ਹੈ ਕਿ ਸਭ ਤੋਂ ਸਿੰਪਲ ਹੈ ਯੂਕੇ ਦਾ। ਜੀ ਜੀ ਬਿਲਕੁਲ। ਤੇ ਜੇ ਆਪਾਂ AECC ਗਲੋਬਲ ਕੰਪਨੀ ਦੀ ਗੱਲ ਕਰਦੇ ਹਾਂ ਤੇ ਇੱਥੇ ਮੈਂ ਜ਼ਰੂਰ ਜਾਂਦੇ ਜਾਂਦੇ ਸਵਾਲ ਕਰਨਾ ਚਾਹੂੰਗੀ ਕਿ ਕਿਸ ਤਰੀਕੇ ਨਾਲ ਤੁਸੀਂ ਡਿਫਰੈਂਟ ਮੰਨਦੇ ਹੋ ਖੁਦ ਨੂੰ, ਕਿਉਂਕਿ ਅਸੀਂ ਵੈਸੇ ਸਾਰੇ ਜਾਣਦੇ ਹਾਂ ਕਿ ਜੋ AECC ਗਲੋਬਲ ਕੰਪਨੀ ਦੀ ਸਰਵਿਸਿਜ਼ ਹੈ, ਜਿਹੜੇ ਵੀ ਸਟੂਡੈਂਟਸ ਇੱਥੇ ਆਏ ਨੇ ਗਾਈਡੈਂਸ ਦੇ ਨਾਲ ਅੱਗੋਂ ਵਧੇ ਨੇ, ਉਹਨਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਆਪਣੇ ਫਿਊਚਰ ਨੂੰ ਬ੍ਰਾਈਟ ਬਣਾਇਆ ਹੈ। ਤੇ ਮੈਂ ਇੱਥੇ AECC ਗਲੋਬਲ ਦੀ ਸਰਵਿਸਿਜ਼ ਬਾਰੇ ਹੋਰ ਡਿਟੇਲ ਵਿੱਚ ਆਪਣੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਉਣਾ ਚਾਹਾਂਗੀ। ਕੀ ਕਹੋਗੇ ਤੁਸੀਂ? ਮੈਂ ਕਹਾਂਗੀ ਕਿ ਠੀਕ ਹੈ, ਯੂਨੀਵਰਸਿਟੀਜ਼ ਬਹੁਤ ਲੋਕਾਂ ਕੋਲ ਬਹੁਤ ਯੂਨੀਵਰਸਿਟੀਜ਼ ਹੁੰਦੀਆਂ, ਸਾਡੇ ਕੋਲ 750 ਤੋਂ ਜ਼ਿਆਦਾ ਯੂਨੀਵਰਸਿਟੀਜ਼ ਹੈ ਯੂਕੇ ਦੇ ਵਿੱਚ। 130 ਯੂਨੀਵਰਸਿਟੀਜ਼ ਹੈਗੀਆਂ ਪ੍ਰਾਈਵੇਟ ਤੇ ਪਬਲਿਕ। ਅਸੀਂ 80 ਯੂਨੀਵਰਸਿਟੀਜ਼ ਨਾਲ ਕੰਮ ਕਰਦੇ ਹਾਂ, ਉਹਨਾਂ ਚੋਂ ਟੌਪ ਐਂਡ ਯੂਨੀਵਰਸਿਟੀਜ਼ ਵੀ ਹੈ। ਬਟ ਇਹਨਾਂ ਸਭ ਤੋਂ ਵੀ ਉੱਪਰ ਕੋਈ ਫੀਸ ਅਸੀਂ ਨਹੀਂ ਲੈਂਦੇ, ਪਰ ਇਹਨਾਂ ਸਭ ਤੋਂ ਵੀ ਉੱਪਰ ਆਈ ਥਿੰਕ ਸਭ ਤੋਂ ਸੈਟਿਸਫਾਈਂਗ ਫੈਕਟਰ ਜਿਹੜਾ ਮੈਂ ਕਹਿੰਦੀ ਹਾਂ ਕਿ ਉਹ ਹੈ ਸਾਡੀ ਸਰਵਿਸ, ਜੋ ਕਿ ਐਬਸੋਲੂਟਲੀ ਟਰਾਂਸਪੇਰੈਂਟ ਹੈ। ਅਸੀਂ ਐਪਲੀਕੇਸ਼ਨ ਕਰਦੇ ਵਕਤ ਜਾਂ ਕੁਝ ਵੀ ਕਰਨ ਲਈ ਸਟੂਡੈਂਟ ਨੂੰ ਹਰ ਚੀਜ਼ ਦੇ ਵਿੱਚ ਇਨਫੋਰਮਡ ਰੱਖੀਦਾ ਹੈ, ਤਾਂ ਕਿ ਉਹਨੂੰ ਨਾਲ ਦੀ ਨਾਲ ਸਭ ਕੁਝ ਪਤਾ ਚੱਲਦਾ ਰਹੇ। ਇੰਟਰਵਿਊ ਲਈ ਤਿਆਰੀ ਕਰਾਈਦੀ ਹੈ, ਮਤਲਬ ਕਿਸੇ ਵੀ ਸਟੇਜ ਤੇ ਆ ਕੇ ਅਗਰ ਸਟੂਡੈਂਟ ਨੂੰ ਕੁਝ ਵੀ ਪ੍ਰੋਬਲਮ ਆਉਂਦੀ ਹੈ, ਵੀ ਟੇਕ ਕੇਅਰ ਆਫ ਦੈਟ, ਵੀ ਸਪੋਰਟ ਹਿਮ ਨਾਟ ਓਨਲੀ ਫॉर ਐਪਲੀਕੇਸ਼ਨ ਵੀਜ਼ਾ, ਬਟ ਜਦੋਂ ਤੱਕ ਉਹ ਉੱਥੇ ਪਹੁੰਚ ਨਹੀਂ ਜਾਂਦਾ। ਇਨਫੈਕਟ ਅਸੀਂ ਉੱਥੇ ਪਹੁੰਚ ਕੇ ਵੀ ਉਹਨੂੰ ਇੱਕ ਇੱਦਾਂ ਦਾ ਪਲੇਟਫਾਰਮ ਦੇਈਦਾ, ਆਪਣੇ ਪੁਰਾਣੇ ਸਟੂਡੈਂਟਸ ਨਾਲ ਉਹਨੂੰ ਕੰਟੈਕਟ ਕਰਾਈਦਾ ਤਾਂ ਕਿ ਉੱਥੇ ਆਰਾਮ ਨਾਲ ਸੈਟਲ ਹੋ ਜਾਏ। ਸੋ ਆਈ ਥਿੰਕ ਐਂਡ ਟੂ ਐਂਡ process and transparent services without any processing। ਜੀ ਬਿਲਕੁਲ, ਜਿਵੇਂ ਅੱਜ ਆਪਾਂ ਪੂਰੇ ਸ਼ੋਅ ਦੇ ਵਿੱਚ ਯੂਕੇ ਨੂੰ ਲੈ ਕੇ ਗੱਲ ਕੀਤੀ ਹੈ, ਪਰ ਜਾਂਦੇ ਜਾਂਦੇ ਇੱਕ ਹੋਰ ਕੰਸਰਨ ਜੋ ਸਟੂਡੈਂਟਸ ਦਾ ਹਮੇਸ਼ਾ ਰਹਿੰਦਾ ਹੈ ਕਿ ਅਸੀਂ ਸਟੱਡੀ ਵੀਜ਼ਾ ਤੇ ਤਾਂ ਚੱਲੇ ਹਾਂ, ਪਰ ਅਸੀਂ ਨਾਲ ਨਾਲ ਕੰਮ ਵੀ ਕਰਨਾ ਚਾਹੁੰਦੇ ਹਾਂ। ਤਾਂ ਯੂਕੇ ਵਿੱਚ ਕੰਮ ਨੂੰ ਲੈ ਕੇ ਕਿਸ ਤਰ੍ਹਾਂ ਦੀ ਓਪਰਚੁਨਿਟੀ ਸਟੂਡੈਂਟਸ ਲਈ ਰਹਿੰਦੀਆਂ ਨੇ, ਤਾਂ ਕਿ ਆਪਣੀ ਸਟੱਡੀ ਦੇ ਨਾਲ ਨਾਲ ਉਹ ਆਪਣੇ ਖਰਚੇ ਜਾਂ ਅੱਗੋਂ ਦਾ ਵੀ ਜੋ ਹੈ ਹੋਰ ਪਲਾਨ ਕਰ ਸਕਣ? ਡੈਫੀਨੇਟਲੀ। ਦੇਖੋ, ਜਿਵੇਂ ਬਾਕੀ ਦੇ ਸਭ ਕੰਟਰੀਜ਼ ਦੇ ਵਿੱਚ ਹਫਤੇ 'ਚ 20 ਘੰਟੇ ਕੰਮ ਕਰਨਾ ਪੋਸੀਬਲ ਹੈ, ਉਵੇਂ ਹੀ ਯੂਕੇ ਦੇ ਵਿੱਚ ਵੀ ਸੇਮ ਪ੍ਰੋਵੀਜ਼ਨ ਹੈ ਜੀ। ਤੇ ਨਾਲ ਹੀ ਉਸ ਤੋਂ ਇਲਾਵਾ ਜਦੋਂ ਵੀ ਉਹਦੀ ਸਟੱਡੀ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਹੈ, ਜਿਹਨੂੰ GIR ਕਹਿੰਦੇ ਆ ਜੀ। ਸੋ ਉਸ ਤੋਂ ਬਾਅਦ ਅਗਰ ਉੱਥੇ 40 to 50,000 ਕੰਪਨੀਜ਼ ਦੀ ਲਿਸਟ ਹੈ, ਤੇ ਅਗਰ ਉਹਨੂੰ ਕੋਈ ਕੰਪਨੀ ਦਾ ਸਪਾਂਸਰ ਮਿਲਦਾ ਹੈ ਆਫਟਰ ਡਿਊਰਿੰਗ ਦਾ ਵਰਕ ਪਰਮਿਟ, ਸੋ ਉਸ ਤੋਂ ਬਾਅਦ ਉਹ ਆਪਣਾ ਵੀਜ਼ਾ ਲੌਂਗ ਟਰਮ ਲਈ ਐਕਸਟੈਂਡ ਕਰ ਸਕਦਾ ਹੈ ਅਗਰ ਉਹਨੂੰ ਕੰਪਨੀ ਦੀ ਸਪਾਂਸਰਸ਼ਿਪ ਮਿਲਦੀ ਹੈ। ਸੋ ਦਿਸ ਇਜ਼ ਦਾ ਵੇ ਕਿ ਸਟੂਡੈਂਟ ਯੂਕੇ ਦੇ ਵਿੱਚ ਇੱਕ ਲੰਬੇ ਟਾਈਮ ਲਈ ਰਹਿ ਸਕਦਾ ਹੈ। ਜੀ ਜੀ। ਤੇ ਕੋਈ PR ਨੂੰ ਲੈ ਕੇ ਕੋਈ ਦਿੱਕਤ ਵਾਲਾ ਸਵਾਲ ਤਾਂ ਨਹੀਂ ਲੱਗਦਾ ਯੂਕੇ ਅਪਲਾਈ ਕਰਦੇ ਆ ਸਟੂਡੈਂਟ? ਮੈਂ ਜਿਵੇਂ ਕਿਹਾ ਕਿ PR ਦੇਖੋ ਕਿਸੇ ਵੀ ਕੰਟਰੀ 'ਚ ਪਲੇਟ ਤੇ ਰੱਖ ਕੇ ਨਹੀਂ ਮਿਲਦੀ ਹੈ, ਯੂ ਹੈਵ ਟੂ ਬੀ ਐਲੀਜੀਬਲ ਟੂ ਟੇਕ PR। ਸੋ ਸਿਮਿਲਰਲੀ ਯੂਕੇ ਦੇ ਵਿੱਚ ਡਾਇਰੈਕਟ PR ਰੂਟ ਨਹੀਂ ਹੈ, ਬਟ ਯੈਸ देयर इज अ रूट टू हैव एन इनडेफिनिट स्टे इन UK। ਜਿਵੇਂ ਮੈਂ ਕਿਹਾ ਕਿ ਵਰਕ ਪਰਮਿਟ ਤੋਂ ਬਾਅਦ ਤੁਸੀਂ ਅਗਰ ਤੁਹਾਨੂੰ ਕੋਈ ਕੰਪਨੀ ਸਪਾਂਸਰ ਕਰਦੀ ਹੈ ਤਾਂ ਤੁਸੀਂ ਉੱਥੇ ਇਨਡੈਫਿਨਿਟ ਸਟੇ
ਲੈ ਸਕਦੇ ਹੋ। ਜੀ 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 ਬਿਲਕੁਲ। ਤੇ ਅੱਜ ਮੇਰੇ ਵੱਲੋਂ ਪੂਰੀ ਕੋਸ਼ਿਸ਼ ਰਹੀ ਹੈ ਕਿ ਮੈਂ ਯੂਕੇ ਨੂੰ ਲੈ ਕੇ ਹਰ ਇੱਕ ਪੁਆਇੰਟ ਹਰ ਇੱਕ ਚੀਜ਼ ਤੁਹਾਡੇ ਨਾਲ ਕਲੀਅਰ ਕਰ ਸਕਾਂ, ਪਰ ਫਿਰ ਉਹੀ ਗੱਲ ਕਵਾਂਗੇ ਕਿ ਕੋਈ ਪੁਆਇੰਟ ਰਹਿ ਗਿਆ ਹੋਵੇ, ਤੁਹਾਡਾ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਕਲੀਅਰ ਜ਼ਰੂਰ ਕਰ ਲਓ। ਜਾਂਦੇ ਜਾਂਦੇ ਫਿਰ ਤੋਂ ਦੱਸ ਦਈਏ ਕਿ AECC ਗਲੋਬਲ ਕੰਪਨੀ ਵੱਲੋਂ ਸੈਮੀਨਾਰ ਆਰਗੇਨਾਈਜ਼ ਕਰਵਾਇਆ ਜਾ ਰਿਹਾ ਹੈ 8 ਮਈ ਦਿਨ ਐਤਵਾਰ ਨੂੰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ। ਤੁਸੀਂ ਇਸ ਦਾ ਹਿੱਸਾ ਬਣ ਕੇ ਯੂਕੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਮੇਂ ਤੇ ਸਾਰੀ ਜਾਣਕਾਰੀ ਲੈ ਕੇ ਟਾਈਮਲੀ ਅਪਲਾਈ ਕਰ ਸਕਦੇ ਹੋ। ਥੈਂਕ ਯੂ ਸੋ ਮਚ ਮੈਮ, ਤੁਸੀਂ ਸਾਡੇ ਸ਼ੋਅ ਵਿੱਚ ਆਏ, ਇਹ ਖਾਸ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। Hi, this is me Neha Kakkar and you're watching your favorite music channel Balle Balle. हाँ हुण होएगी बल्ले बल्ले।